ਸ਼ਮਾਦਾਨ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਅੱਜ ਦੇ ਦਿਨ ਹੈ ਵੀਰਵਾਰ, ਤਰੀਕ ਹੈ 28 ਜੁਲਾਈ, ਸਮਾਂ ਸ਼ਾਮ ਦੇ 6:30 ਦਾ ਹੈ। ਇਸ ਵਕਤ ਤੁਸੀਂ ਰੇਡੀਓ ਪੰਜਾਬ ਟੁਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ ਹੋ। ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 ਦੇ ਉੱਤੇ ਲਾਈਵ ਪ੍ਰਸਾਰਿਤ ਕੀਤਾ ਜਾਂਦਾ, ਜਿਸ ਪ੍ਰੋਗਰਾਮ ਦੇ ਵਿੱਚ ਤੁਸੀਂ ਪੰਜਾਬ ਦੀਆਂ ਅਹਿਮ ਮਸਲਿਆਂ ਦੇ ਉੱਤੇ ਗੱਲਬਾਤ ਸੁਣਦੇ ਹੋ। ਇੱਕ ਵਿਸ਼ੇਸ਼ ਮੁੱਦੇ ਦੇ ਉੱਤੇ ਵੀ ਇਸ ਸਾਰੇ ਮਸਲੇ ਦੇ ਉੱਤੇ ਅਸੀਂ ਗੱਲਬਾਤ ਕਰਦੇ ਹਾਂ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਲਿਸਨਰਸ ਜਗਜੀਤ ਸਿੰਘ ਲੰਡਨ ਵੱਲੋਂ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਸਪਾਂਸਰ ਨੇ ਜੀ ਸਰਦਾਰ ਸੁਖਵਿੰਦਰ ਸਿੰਘ ਸੰਧੂ ਹੋਰੀ ਆਪਣੇ ਨਿਊਯਾਰਕ ਤੋਂ, ਅਤੇ ਰੇਡੀਓ ਪੰਜਾਬ ਟੁਡੇ ਦਾ ਬਹੁਤ ਬਹੁਤ ਧੰਨਵਾਦੀ ਹੈ ਜੀ ਬਾਈ ਜੀ ਮਨਰਾਜ ਕੰਗ ਹੋਰਾਂ ਦਾ, ਜਿਨ੍ਹਾਂ ਨੇ ਹਮੇਸ਼ਾ ਹੀ ਰੇਡੀਓ ਪੰਜਾਬ ਟੁਡੇ ਨੂੰ ਸਪਾਂਸਰ ਕੀਤਾ। ਅਤੇ ਇਸ ਤੋਂ ਇਲਾਵਾ ਮੈਂ ਸਾਰੇ ਵੀਰਾਂ ਨੂੰ ਕੁਛ ਵਪਾਰਕ ਸੁਨੇਹੇ ਵੀ ਦੇ ਦਿਆਂ। ਮਾਲਵਾ ਟਰੱਕ ਲਾਈਨ ਐਂਡ ਟਰੈਕਟਰ ਟ੍ਰੇਲਰ ਰਿਪੇਅਰ ਸਰਵਿਸ, ਇੱਥੇ ਹਰ ਤਰ੍ਹਾਂ ਦੇ ਟਰੱਕ ਐਂਡ ਟ੍ਰੇਲਰਸ ਦੀ ਜਿਹੜੀ ਰਿਪੇਅਰ ਕੀਤੀ ਜਾਂਦੀ ਹੈ। ਤੁਸੀਂ ਇੱਥੇ ਰੀਫਰ ਜਿਹੜੇ ਹੈ ਹਰ ਤਰ੍ਹਾਂ ਦੇ ਰੀਫਰਸ ਵੀ ਰਿਪੇਅਰ ਕਰਾ ਸਕਦੇ ਹੋ, ਇੰਜਨ ਰੀਬਿਲਟ ਕਰਾ ਸਕਦੇ ਹੋ। ਨਵੇਂ ਅਤੇ ਪੁਰਾਣੇ ਟਾਇਰ ਜਿਹੜੇ ਹੈ ਉਹ ਤੁਸੀਂ ਲੈ ਸਕਦੇ ਹੋ। ਬੈਲੈਂਸਿੰਗ, 3 ਐਕਸਲ, ਟਰੱਕ ਅਲਾਈਨਮੈਂਟ, ਆਇਲ ਐਕਸਚੇਂਜ, ਡੈਫ ਕਲੀਨਿੰਗ, ਇੰਜਨ ਰੀਬਿਲਟ, ਟਰਾਂਸਮਿਸ਼ਨ, ਕਹਿਣ ਤੋਂ ਭਾਵ ਵੀ ਟਰੈਕਟਰ ਐਂਡ ਟ੍ਰੇਲਰ ਦਾ ਜਿਹੜਾ ਹੈਗਾ ਤੁਸੀਂ ਹਰ ਤਰ੍ਹਾਂ ਦਾ ਕੰਮ ਜਿਹੜਾ ਇੱਥੇ ਕਰਵਾ ਸਕਦੇ ਹੋ, ਇਨਕਲੂਡਿੰਗ ਰੀਫਰਸ। ਐਡਰੈਸ ਲੋਕੇਸ਼ਨ ਹੈ ਜੀ ਹਾਈਵੇ 66 ਐਗਜ਼ਿਟ 43 10224 ਰੈਜ਼ੀਡੈਂਸੀ ਰੋਡ ਮਨਾਸਸ। ਸੰਪਰਕ ਹੈ ਜੀ 8043728800 ਤੇ ਕਾਲ ਕਰ ਸਕਦੇ ਹੋ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਦਾ ਇੱਕੋ ਇੱਕ ਨਿਸ਼ਾਨਾ ਗਰੰਟਿਡ ਐਂਡ ਗ੍ਰੇਟ ਐਂਡ ਕੁਇਕ ਸਰਵਿਸ। ਇੱਥੇ ਤੁਸੀਂ ਹਰ ਤਰ੍ਹਾਂ ਦੇ ਯੂਜ਼ਡ ਐਂਡ ਨਵੇਂ ਟਰੱਕ ਅਤੇ ਟ੍ਰੇਲਰ ਦੇ ਟਾਇਰ ਲੈ ਸਕਦੇ ਹੋ। ਆਇਲ ਚੇਂਜ, AC ਵਰਕ, ਇੰਜਨ ਰੀਬਿਲਟ, ਬਾਡੀ ਵਰਕ ਅਤੇ ਤਮਾਮ ਮਕੈਨੀਕਲ ਕੰਮਾਂ ਦੇ ਲਈ ਤੁਸੀਂ 1315 ਵੈਸਟਰਨ ਹਾਨਾ ਐਵੀਨਿਊ, ਇੰਡੀਅਨੈਪਲਿਸ। ਪਰਮਜਾ ਜੱਸੀ ਬਾਈ ਨੂੰ 3179797205 ਜਾਂ ਫਿਰ 6612045818 ਦੇ ਉੱਤੇ ਸੰਪਰਕ ਕਰ ਸਕਦੇ ਹੋ। ਵਧੀਆ ਨਵਾਂ ਘਰ ਬਣਾਉਣਾ ਜਾਂ ਬਿਜ਼ਨਸ ਦੀ ਕੰਸਟਰਕਸ਼ਨ ਕਰਨੀ ਹੈ, ਜਾਂ ਫਿਰ ਐਡੀਸ਼ਨ, ਜਾਂ ਤੁਸੀਂ ਕਿਸੇ ਤਰ੍ਹਾਂ ਦੀ ਰੈਨੋਵੇਸ਼ਨ ਕਰਵਾਉਣੀ ਹੈ, ਤਾਂ ਵਾਸ਼ਿੰਗਟਨ ਸਟੇਟ ਦੇ ਵਿੱਚ ਤੁਸੀਂ ਗਰੇਵਾਲ ਕੰਸਟਰਕਸ਼ਨਸ ਵਾਲੇ ਗੁਰਿੰਦਰ ਗਰੇਵਾਲ ਹੋਰਾਂ ਦੇ ਨਾਲ 2069415454 ਦੇ ਉੱਤੇ ਸੰਪਰਕ ਕਰ ਸਕਦੇ ਹੋ। ਸਿਟੀ ਨਾਲ ਰਿਲੇਟਡ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਗਈ ਹੈ, ਕੋਈ ਨੋਟਿਸ ਆ ਗਿਆ, ਜਾਂ ਕੋਈ ਉਹਨਾਂ ਦੇ ਆਬਜੈਕਸ਼ਨਸ ਰਿਮੂਵ ਕਰਾਉਣੇ ਨੇ, ਤਾਂ ਵੀ ਤੁਸੀਂ ਸੰਪਰਕ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੈ, ਸਕਿਨ, ਹਾਈਪਰਟੈਂਸ਼ਨ, ਸ਼ੂਗਰ, ਮੇਲ ਫੀਮੇਲ ਰਿਲੇਟਡ ਕੋਈ ਵੀ ਤੁਹਾਨੂੰ ਸਿਕਨੈਸ ਹੈ ਜਾਂ ਲੰਮੀ ਕੋਈ ਬਿਮਾਰੀ ਹੈ, ਤਾਂ ਤੁਸੀਂ USA ਦੇ ਮਸ਼ਹੂਰ ਹੋਮੋਪੈਥ ਡਾਕਟਰ ਹਰਮਿੰਦਰ ਗਿੱਲ ਹੋਰਾਂ ਦੇ ਨਾਲ 4087377100 ਦੇ ਉੱਤੇ ਅਪੁਆਇੰਟਮੈਂਟ ਬਣਾ ਸਕਦੇ ਹੋ। ਪੰਜਾਬੀ ਦੇ ਵਿੱਚ ਕਾਲ ਕਰ ਲਓ। ਇਹ ਤੁਹਾਡੇ ਨਾਲ ਫੋਨ ਦੇ ਉੱਤੇ ਵੀ ਤੁਹਾਡੀ ਕੰਸਲਟੇਸ਼ਨ ਕਰਦੇ ਨੇ ਅਤੇ ਤੁਹਾਡੀ ਦਵਾਈ ਜਿਹੜੀ ਹੈ ਉਹ ਘਰ ਪੁੱਜਦੀ ਵੀ ਕਰ ਦਿੰਦੇ ਨੇ। ਸੋ ਪ੍ਰੋਗਰਾਮ ਨੂੰ ਤੁਸੀਂ ਸਾਡੇ ਸਪਾਂਸਰ ਵੀ ਕਰ ਸਕਦੇ ਹੋ। ਸਪਾਂਸਰ ਕਰਨ ਦੇ ਲਈ ਜਾਂ ਐਡਵਰਟੀਜ਼ਮੈਂਟ ਦੇਣ ਦੇ ਲਈ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ 9780141741 ਦੇ ਉੱਤੇ। ਇਸ ਤੋਂ ਇਲਾਵਾ ਮੈਂ ਥੈਂਕਸ ਕਰਦਾ ਜੀ ਇੰਦਰਜੀਤ ਸਿੰਘ, ਗੁਰਮੇਲ ਸਿੰਘ, ਮਨਮੋਹਨ ਸਿੰਘ ਅਤੇ ਡਿੰਪਲ, ਸਰਦਾਰ ਬਲਵਿੰਦਰ ਸਿੰਘ, ਕਸ਼ਮੀਰ ਸਿੰਘ ਬਿੱਲਾ ਹੋਰਾਂ ਦਾ ਨਿਊਯਾਰਕ ਤੋਂ। ਤੁਹਾਡੇ ਘਰੇ ਮਹਿਮਾਨ ਆ ਗਏ ਆ ਜਾਂ ਬੱਚਿਆਂ ਨੇ ਡਾਈਨ ਆਊਟ ਕਰਨਾ ਅਤੇ ਪੰਜਾਬੀ ਫੂਡ ਖਾਣਾ ਜੀ, ਆਲੂ ਟਿੱਕੀ, ਸਮੋਸੇ, ਦਹੀਂ ਭੱਲੇ, ਜਾਂ ਫਿਰ ਬਟਰ ਚਿਕਨ, ਬਟਰ ਪਨੀਰ, ਸਾਗ ਮੀਟ ਹੋਵੇ ਜਾਂ ਸਾਗ ਪਨੀਰ ਹੋਵੇ, ਜਾਂ ਫਿਰ ਘਰੇ ਮਹਿਮਾਨ ਆ ਗਏ ਆ, ਤੁਸੀਂ ਫੂਡ ਔਡਰ ਕਰਨਾ ਜਾਂ ਫਿਰ ਕੈਟਰਿੰਗ ਕਰਵਾਉਣੀ ਹੈ, ਤਾਂ ਮੱਖਣ ਨਾਗਰਾ ਹੋਰਾਂ ਦੇ ਸਪਾਈਸ ਬਿਲ ਇੰਡੀਅਨ ਰੈਸਟੋਰੈਂਟ 'ਤੇ ਤੁਸੀਂ ਡਾਈਨ ਇਨ ਕਰ ਸਕਦੇ ਹੋ, ਜਾਂ ਕਿਸੇ ਵੀ ਔਨਲਾਈਨ ਡਿਲੀਵਰੀ ਤੋਂ ਫੂਡ ਮੰਗਾ ਸਕਦੇ ਹੋ। ਇਹਨਾਂ ਦੀਆਂ 2 ਲੋਕੇਸ਼ਨਸ ਨੇ ਜੀ 23609 104 ਐਵੀਨਿਊ ਕੈਂਟ। ਦੂਜੀ ਲੋਕੇਸ਼ਨ ਹੈ ਜੀ ਜਿੱਥੋਂ ਤੁਸੀਂ ਫੂਡ ਪਿਕ ਕਰ ਸਕਦੇ ਹੋ ਡਾਊਨਟਾਊਨ 1520 ਬਰਾਡਵੇ ਸਿਐਟਲ ਤੋਂ। ਫੋਨ ਨੰਬਰ ਹੈ ਜੀ 2063531699 ਅਤੇ ਦੂਜਾ ਜੀ 2532467296 ਦੇ ਉੱਤੇ। ਕਬੱਡੀ ਪ੍ਰੇਮੀਆਂ ਦੇ ਲਈ ਖੁਸ਼ਖਬਰੀ, 10 ਸਤੰਬਰ ਨੂੰ ਕਬੱਡੀ ਟੂਰਨਾਮੈਂਟ ਹੋ ਰਿਹਾ ਜੀ ਸਮੋਕੀ ਪਾਰਕ, ਰਿਚਮੰਡ ਹਿੱਲ, ਨਿਊਯਾਰਕ ਦੇ ਵਿੱਚ, ਜਿਸ ਨੂੰ ਮਾਲਵਾ ਬ੍ਰਦਰਸ ਵੱਲੋਂ ਕਰਵਾਇਆ ਜਾ ਰਿਹਾ। ਅਤੇ ਮਾਲਵਾ ਬ੍ਰਦਰਸ ਸਾਡੇ ਨਾਲ ਅੱਜ ਇਸ ਪ੍ਰੋਗਰਾਮ ਦੇ ਵਿੱਚ ਵੀ ਜੁੜਨਗੇ, ਇਸ ਟੂਰਨਾਮੈਂਟ ਬਾਰੇ ਜਾਣਕਾਰੀ ਵੀ ਦੇਣਗੇ।
ਬੱਚੀ ਦਾ ਵਿਆਹ ਆ ਗਿਆ ਜਾਂ ਫਿਰ ਕੋਈ ਹੋਰ ਫੰਕਸ਼ਨ ਹੈ ਤਾਂ 24 ਕੈਰੇਟ ਦੇ ਵਧੀਆ ਕੁੰਦਨ ਦੇ ਗਹਿਣੇ, ਗੋਲ ਟਿੱਕਾ, ਰਾਣੀ ਹਾਰ, ਕੜੇ, ਚੂੜੀਆਂ, ਟੌਪਸ, ਕਾਂਟੇ, ਅੰਗੇਜਮੈਂਟ ਰਿੰਗ, ਕੈਂਠਾ, ਜੋੜੀ, ਸਭ ਤਿੱਥ ਤਿਉਹਾਰਾਂ ਦੇ ਤੁਸੀਂ ਗਹਿਣੇ ਖਰੀਦਣ ਦੇ ਲਈ ਏਸੀ ਜੁਐਲਰਸ 25416104 ਐਵੀਨਿਊ ਕੈਂਟ ਦੇ ਉੱਤੇ ਜਾ ਕੇ ਤੁਸੀਂ ਆਪਣੀ ਖਰੀਦਦਾਰੀ ਕਰ ਸਕਦੇ ਹੋ, ਗਹਿਣਿਆਂ ਦੀ ਖਰੀਦਦਾਰੀ ਕਰ ਸਕਦੇ ਹੋ। ਇਹਨਾਂ ਦਾ ਦਾਅਵਾ ਕਿ ਇਹਨਾਂ ਦਾ ਸੋਨਾ 24 ਕੈਰੇਟ ਪਿਓਰ ਹੈ ਤੇ ਦੁਬਈ ਤੋਂ ਆਉਂਦਾ ਹੈ। ਤੁਸੀਂ ਸੰਪਰਕ ਕਰ ਸਕਦੇ ਹੋ ਵਿਜੇ ਜੀ ਹੋਰਾਂ ਨਾਲ 8568038877 ਤੇ ਜਾਂ ਫਿਰ 2536562266 ਦੇ ਉੱਤੇ ਕਾਲ ਕਰ ਸਕਦੇ ਹੋ। ਇਹਨਾਂ ਦੀ ਦੂਜੀ ਲੋਕੇਸ਼ਨ ਸਰੀ ਦੇ ਵਿੱਚ ਹੈਗੀ ਹੈ ਜੀ, ਤੁਸੀਂ ਉੱਥੇ ਵੀ ਜਾ ਸਕਦੇ ਹੋ। ਸੋ ਹੁਣ ਗੱਲਬਾਤ ਕਰਨ ਦੇ ਲਈ ਅੱਗੇ ਚੱਲਦੇ ਹਾਂ। ਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ट्रैवल सेंटर 14814 एलोम स्ट्रीट, लॉस्ट हिल्स। फोन नंबर 6061 797 2354। USA ਦੀ ਵਨ ਆਫ ਦ ਬਿਗੇਸਟ ਕਾਰ ਡੀਲਰਸ਼ਿਪ ਜੋ ਬੈਥਲਮ PH ਹੈ, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ, ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ ਨੋ ਪ੍ਰੋਬਲਮ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktruckliube.com। QTL, because we care. ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ, ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ, ਹਫ਼ਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਅਸੀਂ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ। ਮੇਰੇ ਨਾਲ ਸਰਦਾਰ ਢਿੱਲੋਂ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ। ਢਿੱਲੋਂ ਸਾਹਿਬ, ਕਾਵਾਂ ਰੌਲੀ ਸੁਣੀ ਹੋਣੀ ਹੈ, ਉਹ ਕਿਸੇ ਗੱਲ ਕਰਕੇ ਪੈਂਦੀ ਹੈ ਜੀ। ਉਹ ਕਾਵਾਂ ਰੌਲੀ ਦੇ ਵਿੱਚੋਂ ਮੈਨੂੰ ਕਈ ਵਾਰੀ ਤਾਂ ਕੋਈ ਚੀਜ਼ ਨਿਕਲਦੀ ਵੀ ਲੱਗਦੀ ਹੈ ਤੇ ਕਈ ਵਾਰੀ ਕਾਂ ਫਿਰ ਰੌਲਾ ਪਾ ਕੇ ਅੱਡੋ ਅੱਡ ਵੀ ਹੋ ਜੀ। ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਮੈਂ ਇਹ ਸ਼ਬਦ ਅਸੀਂ ਸੰਜੀਦਾ ਵਰਤੋਂ ਲੋਕਾਂ ਲਈ ਨਹੀਂ ਕਰਦੇ, ਉਹਨਾਂ ਦੇ ਵਿੱਚ ਚਿੰਤਾ ਦਾ ਵਿਸ਼ਾ ਹੈ। ਪੰਜਾਬ ਦੇ ਹਰ ਪਿੰਡ ਤੋਂ ਲੈ ਕੇ, ਹਰ ਕਸਬੇ ਤੋਂ ਲੈ ਕੇ ਤੇ ਦੁਨੀਆ ਭਰ ਵਿੱਚ ਜਿੱਥੇ ਵੀ ਪੰਜਾਬ ਵਸਿਆ ਸਾਡਾ, ਉੱਥੇ ਬਹੁਤ ਵੱਡੀ ਚਰਚਾ ਹੈ। ਉਹ ਚਰਚਾ ਜਿਹੜੀ ਸੀ ਕਿ ਦਿੱਲੀ ਇੰਟਰਫੇਅਰ ਕਰ ਰਹੀ ਹੈ ਤੇ ਰਾਘਵ ਚੱਡਾ, ਹੁਣ ਜੋ ਮਰਜ਼ੀ ਕਹੀ ਚੱਲੋ, ਜਾਣ ਬੁੱਝ ਕੇ ਆਪਦਾ ਪਿਆਦਾ ਫਿੱਟ ਕੀਤਾ ਗਿਆ, ਲੋਕ ਸਮਝਦੇ। ਇਸ ਚੀਜ਼ ਦਾ ਕੁਛ ਹੱਦ ਤੱਕ ਜਿਹੜਾ ਪੜਦਾ ਹੈ ਉਹ ਸੂਤਰਧਾਰ ਬਣ ਕੇ ਕਿਤੇ ਨਾ ਕਿਤੇ ਅਨਮੋਲ ਰਤਨ ਨੇ ਜਿਹੜਾ ਹੈ ਉਜਾਗਰ ਕੀਤਾ ਹੈ। ਲਕੀਰ ਜਿਹੜੀ ਹੈ, ਤਰੇੜ ਜਿਹੜੀ ਹੈ, ਆਪਾਂ ਕਹਿ ਸਕਦੇ ਹਾਂ, ਉਹ ਤਿੜਕਣੀ ਸ਼ੁਰੂ ਹੋ ਗਈ ਹੈ। ਕੰਧ, ਇਹ ਜਿਹੜੀ ਕੰਧ ਤਿੜਕਣੀ ਸ਼ੁਰੂ ਹੋਈ ਹੈ, ਇਹਨੂੰ ਕਿਸ ਨਜ਼ਰੀਏ ਨਾਲ ਆਪਾਂ ਲੈ ਕੇ ਜਾਂਦੇ? ਦੇਖੋ ਦਾਨੀਵਾਲ, ਸਭ ਪਹਿਲਾਂ ਸਾਨੂੰ ਪੰਜਾਬ ਦੀ ਹਿਸਟਰੀ ਨੂੰ ਦੇਖਣਾ ਪੈਣਾ ਜੀ। ਪੰਜਾਬੀਆਂ ਦੇ ਸੁਭਾਅ ਨੂੰ ਦੇਖਣਾ ਪੈਣਾ। ਜੇ ਅਸੀਂ ਪੰਜਾਬ ਦੀ ਹਿਸਟਰੀ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਭੂਗੋਲਿਕ ਤੌਰ ਤੇ ਇੱਕ ਅਜਿਹੀ ਥਾਂ ਦੇ ਉੱਤੇ ਸਥਿਤ ਹੈ ਕਿ ਭਾਰਤ ਨੂੰ ਜੋ ਵੀ ਹਮਲਾਵਰ ਆਏ
ਉਹ ਥਰੂ ਪੰਜਾਬ ਹੋ ਕੇ ਨਿਕਲਿਆ। ਆਉਣ ਵੇਲੇ ਵੀ ਟਾਕਰਾ ਪੰਜਾਬੀਆਂ ਨਾਲ ਹੋਇਆ। ਜੀ। ਜਦੋਂ ਉਹ ਭਾਰਤ ਦੇ ਵਿੱਚ ਅੰਦਰ ਚਲਾ ਜਾਂਦਾ, ਦੂਰ ਮੱਧ ਭਾਰਤ ਦੇ ਵਿੱਚ ਉੱਥੋਂ ਲੁੱਟਮਾਰ ਕਰਕੇ ਵਾਪਸ ਆਉਂਦਾ, ਤੇ ਫਿਰ ਵੀ ਟਾਕਰਾ ਪੰਜਾਬੀਆਂ ਨਾਲ ਹੁੰਦਾ ਸੀ। ਬੁਨਿਆਦੀ ਤੌਰ ਤੇ ਜੇ ਅਸੀਂ ਦੇਖੀਏ ਤਾਂ ਪੰਜਾਬੀਆਂ ਦੇ ਖੂਨ ਦੇ ਵਿੱਚ ਮਿਲੀਟੈਂਸੀ ਭਰੀ ਹੋਈ ਹੈ। ਮਿਲੀਟੈਂਸੀ ਦੋ ਕਿਸਮ ਦੀ ਹੁੰਦੀ ਹੈ। ਇੱਕ ਮਿਲੀਟੈਂਸੀ ਉਹ ਹੁੰਦੀ ਹੈ ਜਿਹੜੀ ਉਸਾਰੂ ਹੁੰਦੀ ਹੈ, ਇੱਕ ਹੁੰਦੀ ਹੈ ਜਿਹੜੀ ਬਰਬਾਦ ਕਰਨਾ, ਨਕਾਰਾਤਮਕ ਤੇ ਨਕਾਰਾਤਮਕ ਤੇ ਸਕਾਰਾਤਮਕ। ਸਕਾਰਾਤਮਕ ਜਦੋਂ ਅਸੀਂ ਗੱਲ ਕਰਦੇ ਹਾਂ ਮਿਲੀਟੈਂਸੀ ਦੀ, ਤੇ ਉਦੋਂ ਫਿਰ ਤੁਸੀਂ ਯਾਦ ਕਰੋ ਇਹ ਗੱਲ ਆਉਂਦੀ ਹੈ ਕਿ ਜੀ ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਵਿੱਚ ਕਿਹੜੇ ਕਿਹੜੇ ਭਾਈਚਾਰਿਆਂ ਨੇ ਭਾਗ ਲਿਆ ਜੀ। ਤੇ ਉਹਦੇ ਵਿੱਚ ਦੋ ਭਾਈਚਾਰਿਆਂ ਦਾ ਨਾਮ ਆਉਂਦਾ ਉੱਭਰ ਕੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਬੰਗਾਲੀ ਤੇ ਪੰਜਾਬੀ। ਬੰਗਾਲੀ ਤੇ ਪੰਜਾਬੀ। ਪੰਜਾਬੀਆਂ ਦਾ ਬਰੇਨ ਤੇ ਬੰਗਾਲੀਆਂ ਦਾ ਬਰੇਨ ਤੇ ਪੰਜਾਬੀਆਂ ਦੀ ਬਹਾਦਰੀ, ਇਹਦੇ ਸਿੱਕੇ, ਇਹਦੇ ਕਿਹੜੇ ਕਿੱਸੇ ਆ ਉਹ ਅੱਜ ਤੱਕ ਵੀ ਚੱਲੀ ਜਾਂਦੇ ਜੀ। ਇੱਕ ਪੰਜਾਬ ਦਾ ਸੁਆਦ, ਪੰਜਾਬ ਦੇ ਲੋਕ ਕਦੇ ਕਿਸੇ ਦੀ ਈਨ ਨਹੀਂ ਮੰਨਦੇ, ਪਿਆਰ ਦੇ ਨਾਲ ਭਾਵੇਂ ਇਹਨਾਂ ਦੀ ਤੁਸੀਂ ਜਾਣ ਲੈ। ਪੰਜਾਬ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਅਸੀਂ ਸਿਰਫ ਸਿੱਖਾਂ ਦੀ ਨਹੀਂ ਗੱਲ ਕਰਦੀ। ਪੰਜਾਬ ਦੇ ਵਿੱਚ ਜੋ ਲੋਕ ਪੈਦਾ ਹੋਏ ਹੈ, ਜਿਨ੍ਹਾਂ ਨੇ ਪੰਜਾਬ ਦੀ ਹਵਾ ਦੇ ਵਿੱਚ ਸਾਹ ਲਿਆ, ਜਿਹੜੇ ਪੰਜਾਬ ਦਾ ਅੰਨ ਪਾਣੀ ਛਕਦੇ ਹੈ, ਉਹਨਾਂ ਦੇ ਵਿੱਚ ਇੰਨੀ ਕੁ ਗੈਰਤ ਹੈਗੀ ਹੈ ਕਿ ਉਹ ਕਿਸੇ ਦੀ ਈਨ ਨਹੀਂ ਮੰਨਦੇ। ਔਰ ਇਹਨੂੰ ਈਨ ਮਨਵਾਉਣ ਵਾਸਤੇ ਬੜੇ ਮਤਲਬ ਉਪਰਾਲੇ ਹੈ। ਤੇ ਜੇ ਆਪਾਂ ਆਦਿ ਕਾਲ ਤੋਂ ਦੇਖੀਏ ਜੀ, ਮੁੱਢ ਕਦੀਮ ਦੇ ਵਿੱਚ ਦੇਖੋ ਤੁਸੀਂ, ਜਦੋਂ ਇੱਥੇ ਮੁਗਲਾਂ ਦਾ ਰਾਜ ਹੁੰਦਾ ਸੀ, ਮੁਗਲਾਂ ਨੇ ਆਪਣਾ ਰਾਜ ਸਥਾਪਿਤ ਕਰ ਲਿਆ ਸੀ, ਤੇ ਉਸ ਰਾਜ ਦੇ ਸਥਾਪਿਤ ਕਰਨ ਤੋਂ ਬਾਅਦ ਜਿਹੜੇ ਛੋਟੇ ਛੋਟੇ ਸੂਬੇ ਸੀ ਜਾਂ ਸੂਬਿਆਂ ਦੇ ਵਿੱਚ ਉਹ ਆਪਣੇ ਸੂਬੇਦਾਰ ਲਾ ਦਿੰਦੇ ਸੀ ਜੀ। ਸਭ ਤੋਂ ਵੱਡੀ ਜੇ ਆਪਾਂ ਦੇਖੀਏ ਤਾਂ ਸੂਬਾ ਸਰਹੰਦ, ਜਿਹੜਾ ਸਿੱਖ ਇਤਿਹਾਸ ਦਾ ਤੇ ਪੰਜਾਬ ਦੇ ਇਤਿਹਾਸ ਦਾ ਇੱਕ ਵਰਣਨਯੋਗ ਜਿਹੜਾ ਹੈਗਾ ਚੈਪਟਰ ਹੈ। ਸੂਬਾ ਸਰਹੰਦ ਲਾਇਆ, ਉਹਦੀ ਡਿਊਟੀ ਕੀ ਲਾਈ ਸੀ ਕਿ ਤੁਸੀਂ ਸਿੱਖਾਂ ਨੂੰ, ਪੰਜਾਬੀਆਂ ਨੂੰ ਉੱਠਣ ਨਹੀਂ ਦੇਣਾ। ਉਹਨੇ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਇਹਨਾਂ ਨੂੰ ਦਬਾ ਦਿਆਂ, ਤੇ ਦਬਾਉਣ ਦਾ ਨਤੀਜਾ ਇਹ ਹੋਇਆ ਕਿ ਦੋ ਵੱਡੇ ਸਾਹਿਬਜ਼ਾਦੇ ਜੰਗ ਸ਼ਹੀਦ ਹੁੰਦੇ ਆ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਨਿਉਆਂ ਦੇ ਵਿੱਚ ਚਿਣ ਦਿੱਤਾ ਜਾਂਦਾ ਹੈ। ਲੇਕਿਨ ਇਹ ਵੀ ਪੰਜਾਬੀ ਸੁਭਾਅ ਦੀ ਗੱਲ ਹੈ, ਪੰਜਾਬੀ ਦਿਆਲੁਤਾ ਦੀ ਗੱਲ ਹੈ, ਜਿਹਨੂੰ ਅਸੀਂ ਕਹਿ ਸਕਦੇ ਹਾਂ ਪੰਜਾਬ ਦੀ ਜਿਹੜੀ ਹੈ ਪਿਆਰ ਮੁਹੱਬਤ ਦੀ ਗੱਲ। ਕਿ ਜਦੋਂ ਨਵਾਬ ਸ਼ੇਰ ਖਾਂ ਮਲੇਰਕੋਟਲਾ ਨੂੰ ਕਿਹਾ ਗਿਆ ਕਿ ਤੂੰ ਆਪਣਾ ਜੇ ਬਦਲਾ ਲੈਣਾ, ਆਪਣਾ ਪਰਿਵਾਰਕ ਬਦਲਾ ਲੈਣਾ, ਤਾਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ। ਉਹਨੇ ਕਿਹਾ ਨਹੀਂ, ਦੁਸ਼ਮਣੀ ਜ਼ਰੂਰ ਹੈ ਇਹਨਾਂ ਦੇ ਪਿਤਾ ਸ਼੍ਰੀ ਨਾਲ ਹੈ, ਬੱਚਿਆਂ ਦੇ ਉੱਤੇ ਹੱਥ ਉਠਾਉਣਾ ਜਿਹੜਾ ਹੈਗਾ ਉਹ ਮੇਰਾ ਮਜ਼ਹਬ ਨਹੀਂ ਕਹਿੰਦਾ, ਇਹ ਇਸਲਾਮ ਨਹੀਂ ਸਿਖਾਉਂਦਾ, ਇਹ ਪੰਜਾਬੀਅਤ ਨਹੀਂ ਸਿਖਾਉਂਦੀ। ਉਸ ਬੰਦੇ ਨੇ ਕਿਹਾ ਵੀ ਇਹ ਹੈ ਨਹੀਂ। ਉਹਨੇ ਹਾਂ ਦਾ ਨਾਰਾ ਮਾਰਿਆ ਸੀ, ਤੇ ਅੱਜ ਵੀ ਉਸ ਹਾਂ ਦੇ ਨਾਰੇ ਦਾ ਜ਼ਿਕਰ ਸਿੱਖ ਇਤਿਹਾਸ ਦੇ ਵਿੱਚ ਬਹੁਤ ਬਾਖੂਬੀ ਹੈ ਜਿਹੜਾ ਉਹ ਚੱਲ ਰਿਹਾ। ਖੈਰ, ਉਹ ਤੋਂ ਬਾਅਦ ਆਪਾਂ ਦੇਖੀਏ ਤਾਂ ਫਿਰ ਜਿਹੜੀ ਉਹ ਸੂਬੇਦਾਰ ਕਲਚਰ ਸੀ, ਸੂਬੇਦਾਰ ਪ੍ਰਥਾ ਸੀ, ਉਸ ਸੂਬੇਦਾਰ ਪ੍ਰਥਾ ਦਾ ਅੰਤ ਵੀ ਸਰਹੰਦ ਦੇ ਵਿੱਚ ਹੁੰਦਾ। ਜਦੋਂ ਬੰਦਾ ਸਿੰਘ ਬਹਾਦਰ ਆ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਉਂਦਾ ਹੈ, ਔਰ ਜਦੋਂ ਉਹ ਨਾਨਕ ਸ਼ਾਹੀ ਸਿੱਕੇ ਵੀ ਜਾਰੀ ਕਰਦਾ ਹੈ, ਤੇ ਜਦੋਂ ਉਹ ਹਲਵਾਕਾਂ ਨੂੰ ਜ਼ਮੀਨਾਂ ਦੇ ਮਲਕੀਅਤ ਵੀ ਦਿੰਦਾ ਹੈ। ਉਹ ਤੋਂ ਬਾਅਦ ਫਿਰ ਆਪਾਂ ਚੱਲੀਏ ਅੱਗੇ, ਮਿਸਲਾਂ ਵਾਲਾ ਕੰਮ ਸ਼ੁਰੂ ਹੋ ਗਿਆ। ਮਿਸਲਾਂ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਕੱਲ੍ਹ ਵੀ ਆਪਾਂ ਗੱਲ ਕਰਦੇ ਸੀ, ਆਪਾਂ ਸੋਮਨਾਥ ਦੇ ਮੰਦਿਰ ਦੇ ਦਰਵਾਜ਼ਿਆਂ ਦੀ ਗੱਲ ਕੀਤੀ। ਮੈਨੂੰ ਬਾਜਵਾ ਸਾਹਿਬ ਹੈ ਅਮਰੀਕਾ ਤੋਂ, ਆਪਣੇ ਲਿਸਨਰ, ਅੱਜ ਸਵੇਰੇ ਉਹਨਾਂ ਨਾਲ ਮੇਰੀ ਲੰਬੀ ਗੱਲਬਾਤ ਹੋਈ, ਕਿਉਂਕਿ ਉਹਨਾਂ ਨੇ ਕੱਲ੍ਹ ਵਾਲਾ ਆਪਣਾ ਪ੍ਰੋਗਰਾਮ ਸੁਣਿਆ ਸੀ। ਉਹਨਾਂ ਨੇ ਮੈਨੂੰ ਦੱਸਿਆ ਕਿ ਅਸਲ ਦੇ ਵਿੱਚ ਉਹ ਵੀ ਇੱਕ ਪੰਜਾਬੀਅਤ ਦੀ ਇੱਕ ਵੱਖਰੀ ਜਿਹੜੀ ਹੈ ਮਿਸਾਲ। ਅੱਛਾ, ਇਨਫੈਕਟ ਇਹ ਹੈ ਕਿ ਜਦੋਂ ਸੋਮਨਾਥ ਦੇ ਮੰਦਿਰ ਆ ਗਏ, ਮੰਦਿਰ ਦੇ ਦਰਵਾਜ਼ੇ ਇੱਥੇ ਆ ਗਏ ਸੀ, ਔਰ ਉਹ ਦਰਵਾਜ਼ੇ ਮਹਾਰਾਜਾ ਰਣਜੀਤ ਸਿੰਘ ਨੇ ਉਸੇ ਵੇਲੇ ਹੀ ਵਾਪਸ ਕਰਵਾ ਦਿੱਤੇ ਸੀ। ਮਹਾਰਾਜਾ ਰਣਜੀਤ ਸਿੰਘ ਨੇ ਮੈਨੂੰ ਦੱਸਿਆ ਕਿ ਤੁਸੀਂ ਡਿਉੜੀ ਦੇ ਵਿੱਚ ਵੜੋਗੇ, ਡਿਉੜੀ ਦੇ ਵਿੱਚ ਜਾ ਕੇ ਤੁਸੀਂ ਦੇਖੋਗੇ ਉੱਥੇ ਲਿਖਿਆ ਹੋਇਆ ਹੈ ਕਿ ਗੁਰੂ ਰਾਮਦਾਸ ਜੀ ਨੇ ਰਣਜੀਤ ਸਿੰਘ ਤੋਂ ਸੇਵਾ ਕਰਵਾਈ। ਉਹਦੇ ਵਿੱਚ ਮਹਾਰਾਜਾ ਨਹੀਂ ਲਿਖਿਆ ਵਾ, ਉਹਦੇ ਵਿੱਚ ਰਾਜਾ ਨਹੀਂ ਲਿਖਿਆ ਵਾ। ਉਹਦੇ ਵਿੱਚ ਜਿਹੜੀ ਉਹਨਾਂ ਨੇ ਇਹ ਗੱਲ ਕਹੀ ਕਿ ਲਿਖੀ, ਤੇ ਉਹਨਾਂ ਨੇ ਉਦੋਂ ਹੀ ਕਿਹਾ ਵੀ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੀ ਉਹ ਸੇਵਾ ਕਰਵਾਈ ਸੀ, ਸੋਨੇ ਦੇ ਪੱਤਰੇ ਤੇ ਜਿਹੜੇ ਹੈਗੇ ਆ, ਜਿਹੜੇ ਦਰਵਾਜ਼ੇ ਵੀ ਬਣਵਾਏ ਡਿਉੜੀ ਦੇ ਵਿੱਚ, ਉਹਨਾਂ ਦਰਵਾਜ਼ਿਆਂ ਦੇ ਉੱਤੇ ਮੈਨੂੰ ਤਾਂ ਅੱਜ ਪਤਾ ਲੱਗਿਆ ਦਾਨੇ ਵਾਲੀਆ ਸਾਹਿਬ ਕਿ ਅਸਲ ਦੇ ਵਿੱਚ ਜਿਹੜੀਆਂ ਮੇਖਾਂ ਲੱਗੀਆਂ ਸੀ, ਮੇਖਾਂ ਉਹਦੇ ਵਿੱਚ ਸੋਨੇ ਚਾਂਦੀ ਦੀਆਂ ਵੀ ਲੱਗੀਆਂ ਹੋਈਆਂ ਸੀ, ਤੇ ਉਹਦੇ ਵਿੱਚ ਹਾਥੀ ਦੰਦ ਦੀਆਂ ਮੇਖਾਂ ਵੀ ਲੱਗੀਆਂ ਹੋਈਆਂ। ਉਹ ਕਹਿੰਦੇ ਵੀ ਅਸਲ ਦੇ ਵਿੱਚ ਉਦੋਂ ਹੀ ਵਾਪਸ ਕਰ ਦਿੱਤੇ ਸੀ, ਇਹ ਤਾਂ ਬਾਅਦ ਦੇ ਵਿੱਚ ਰੌਲਾ ਪੈਂਦਾ ਫਿਰਦਾ ਵਗੈਰਾ ਵਗੈਰਾ। ਹੁਣ ਜੇ ਆਪਾਂ ਦੇਖੀ ਤਾਂ ਉਹ ਤੋਂ ਬਾਅਦ ਫਿਰ ਇੱਕ ਵਰਤਾਰਾ ਆਇਆ ਸੀ ਕਿ ਜਦੋਂ ਮੁਗਲਾਂ ਦਾ ਰਾਜ ਖਤਮ ਹੋ ਗਿਆ, ਅੰਗਰੇਜ਼ਾਂ ਨੇ ਭਾਰਤ ਨੂੰ ਆਕੂਪਾਈ ਕਰ ਲਿਆ, ਪੰਜਾਬ ਸਭ ਤੋਂ ਮਗਰੋਂ ਹੋਇਆ ਸੀ, ਤੇ ਉਸ ਵੇਲੇ ਵੀ ਤੁਸੀਂ ਦੇਖੋ ਰੈਜੀਡੈਂਟ ਹੁੰਦਾ ਸੀ ਜੀ। ਰੈਜੀਡੈਂਟ ਭਾਰਤ ਸਰਕਾਰ
ਦਾ ਜਿਹੜੀ ਉਸ ਵੇਲੇ ਦੀ ਭਾਰਤ ਸਰਕਾਰ ਸੀ ਜਿਹਨੂੰ ਆਪਾਂ ਜਿਹੜੀ ਅੰਗਰੇਜ਼ਾਂ ਅੰਗਰੇਜ਼ਾਂ ਦੀ ਗੁਲਾਮ ਭਾਰਤ ਦੀ ਉਹ ਉਸ ਹਕੂਮਤ ਪ੍ਰਤੀ ਜਵਾਬਦੇਹ ਹੁੰਦਾ ਸੀ ਤੇ ਉਹ ਹਕੂਮਤ ਅਗਾਂਹ ਮਹਾਰਾਣੀ ਨੂੰ ਜਵਾਬਦੇਹ ਹੁੰਦੀ ਸੀ। ਉਹਨਾਂ ਨੇ ਵੀ ਆ ਕੇ ਇਹੀ ਕੁਛ ਇੱਥੇ ਕੀਤਾ ਸੀਗਾ ਕਿ ਠੀਕ ਤਰੀਕੇ ਦੇ ਨਾਲ ਪੰਜਾਬ ਨੂੰ ਰੂਲ ਕੀਤਾ ਜਾਵੇ, ਭਾਰਤ ਨੂੰ ਰੂਲ ਕੀਤਾ ਜਾਵੇ। ਪੰਜਾਬ ਨੂੰ ਰੂਲ ਕਰਦੇ ਸਾਰੇ ਸਟੇਟਾਂ ਨੂੰ ਕਰਦੇ ਸੀ। ਇਹ ਕੰਮ ਚੱਲਿਆ। ਫਿਰ 1947 ਦੇ ਵਿੱਚ ਮੁਲਕ ਆਜ਼ਾਦ ਹੋ ਜਾਂਦਾ ਹੈ। ਮੁਲਕ ਦੇ ਆਜ਼ਾਦ ਹੋਣ ਤੋਂ ਬਾਅਦ ਕਾਂਗਰਸ ਪਾਰਟੀ ਇੱਥੇ ਆਪਦੀ ਹਕੂਮਤ ਬਣਾਉਂਦੀ ਹੈ ਜੀ। ਇੱਥੇ ਅਕਾਲੀਆਂ ਦੇ ਨਾਲ ਮਿਲ ਕੇ ਭਾਰਤੀ ਜਨਤਾ ਪਾਰਟੀ ਵੀ ਆਪਦੀ ਹਕੂਮਤ ਬਣਾਉਂਦੀ ਹੈ ਤੇ ਹੁਣ ਹਕੂਮਤ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੀ ਹੈ। 92 ਸੀਟਾਂ ਹੁਣ ਤਿੰਨੇ ਕੌਮੀ ਪਾਰਟੀਆਂ ਇਹ ਹੋ ਕਿ ਤਿੰਨਾਂ ਦੇ ਹੈੱਡਕੁਆਟਰ ਦਿੱਲੀ ਦੇ ਵਿੱਚ ਹੈ। ਕਾਂਗਰਸ ਪਾਰਟੀ ਦੀ ਜੇ ਆਪਾਂ ਸਥਿਤੀ ਦੇਖੀਏ, ਜਿਹੜੀ ਪਿਛਲੀ ਸਰਕਾਰ ਹੈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਡੀਸਟੇਬਲਾਈਜ਼ ਕਿਹਨੇ ਕੀਤਾ ਸੀ? ਦਿੱਲੀ ਨੇ ਕੀਤਾ। ਕਿਹਦੇ ਰਾਹੀਂ? ਆਪਣੇ ਦੋ ਸੂਬੇਦਾਰ, ਇੱਕ ਸੂਬੇਦਾਰ ਹਰੀਸ਼ ਰਾਵਤ ਤੇ ਦੂਜਾ ਸੂਬੇਦਾਰ ਹਰੀਸ਼ ਚੌਧਰੀ, ਜਿਸ ਬੰਦੇ ਨੂੰ ਬਾੜਮੇਰ ਦਾ ਠੱਗ ਕਹਿ ਦਿੱਤਾ ਸੀ ਖਡੂਰ ਸਾਹਿਬ ਦੇ ਪਾਰਲੀਮੈਂਟ ਮੈਂਬਰ ਡਿੰਪੇ ਨੇ। ਇਹ ਗੱਲ ਉਹਨਾਂ ਨੇ ਕਹੀ ਸੀ। ਇਹਨਾਂ ਨੇ ਆ ਕੇ ਡੀਸਟੇਬਲਾਈਜ਼ ਕਰਤੀ ਤੇ ਡੀਸਟੇਬਲਾਈਜ਼ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਥਿਤੀ ਕੀ ਹੋਈ ਹੈ? ਚਾਹੇ ਚੰਨੀ ਨੂੰ ਚੀਫ ਮਿਨਿਸਟਰ ਬਣਾ ਲਿਆ, ਚਾਹੇ ਨਵਜੋਤ ਸਿੰਘ ਸਿੱਧੂ ਨੂੰ ਪ੍ਰੈਜ਼ੀਡੈਂਟ ਬਣਾ ਲਿਆ, ਲੇਕਿਨ ਕਾਂਗਰਸ ਦੀ ਖੁਦੋਂ ਜਿਹੜੀ ਹੈ ਉਹ ਇੰਨੀ ਜ਼ਿਆਦਾ ਖਿਲਰ ਗਈ ਕਿ ਉਹਨਾਂ ਦੇ ਪੱਲੇ ਰਿਹਾ ਕੱਖ ਨਹੀਂ। ਉਹ ਤੋਂ ਬਾਅਦ ਆ ਗਈ ਫਿਰ ਤੁਹਾਡੀ ਆਮ ਆਦਮੀ ਪਾਰਟੀ ਜੀ। ਭਾਰਤੀ ਜਨਤਾ ਪਾਰਟੀ ਨੂੰ ਇੱਥੇ ਕੋਈ ਬਹੁਤਾ ਲੈਣ ਦੇਣ ਨੂੰ ਹੈ ਨਹੀਂ ਅੱਜ ਦੀ ਘੜੀ। ਪਿੱਛੇ ਵੀ ਦੇਖੀਏ ਤਾਂ ਭਾਰਤੀ ਜਨਤਾ ਪਾਰਟੀ ਨੇ ਵੀ ਸੂਬੇ ਦਾ ਇੱਕ ਇੰਚਾਰਜ ਲਾਇਆ ਹੁੰਦਾ ਹੈ, ਜਿਹਨੂੰ ਆਪਾਂ ਸੂਬੇਦਾਰ ਕਹਿ ਦਿੰਦੇ। ਸੇਮ ਪੋਜੀਸ਼ਨ ਜਿਹੜੀ ਹੈਗੀ ਹੈ ਹੁਣ ਆਮ ਆਦਮੀ ਪਾਰਟੀ ਦੀ ਜੀ। ਆਮ ਆਦਮੀ ਪਾਰਟੀ ਦੇ ਜੇ ਆਪਾਂ ਪੰਜਾਬ ਦੇ ਇਤਿਹਾਸ ਤੇ ਨਿਗਾਹ ਮਾਰੀਏ ਤੇ 2014 ਦੇ ਵਿੱਚ ਪਹਿਲੀ ਵਾਰੀ ਇਹ ਰੌਸ਼ਨੀ ਚ ਆਉਂਦੀ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਹੁੰਦੀਆਂ ਤੇ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਸਾਰੇ ਭਾਰਤ ਦੇ ਵਿੱਚ ਸਿਰਫ 4 ਸੀਟਾਂ ਜਿੱਤੀ ਸੀ, ਉਹ ਵੀ ਪੰਜਾਬ ਚ। ਔਰ ਉਹ ਚਾਰੇ ਦੀਆਂ ਚਾਰੇ ਕਿੱਥੋਂ ਸੀ? ਪੰਜਾਬ ਦੇ ਵਿੱਚੋਂ ਜਿੱਤੀਆਂ ਸੀ। ਜਦੋਂ ਉਹਦੀ ਪੰਜਾਬੀਅਤ ਦੇ ਨਾਲ ਥੋੜੀ ਬਹੁਤੀ ਛੇੜਛਾੜ ਸ਼ੁਰੂ ਕੀਤੀ, ਪੰਜਾਬੀ ਜਿਹੜਾ ਹੈਗਾ ਗੈਰਤ ਨੂੰ ਬੰਗਾਰਨਾ ਸ਼ੁਰੂ ਕੀਤਾ ਤੇ ਫਿਰ 2017 ਤੁਸੀਂ ਉਹਦਾ ਅੰਤ ਦੇਖੋ ਕੀ ਹੁੰਦਾ। ਹੁਣ ਤੁਸੀਂ ਇਹ ਦੇਖੋ 4 ਪਾਰਲੀਮੈਂਟ ਦੇ ਮੈਂਬਰ ਜਿੱਤਦੇ ਆ, 2 ਨੰਬਰ 2 ਦੇ ਉੱਤੇ ਆਉਂਦੇ ਆ ਤੇ ਜਿਹੜੇ ਲੋਕ ਉਸ ਵੇਲੇ ਜਿੱਤੇ ਸੀ ਤੇ ਬਾਅਦ ਦੇ ਵਿੱਚ ਆਪਾਂ ਦੇਖਦੇ ਆ ਕਿ ਜਿਸ ਢੰਗ ਦੇ ਨਾਲ ਸੁੱਚਾ ਸਿੰਘ ਛੋਟੇਪੁਰ ਨੂੰ ਜਲੀਲ ਕਰਕੇ ਆਮ ਆਦਮੀ ਪਾਰਟੀ ਨੇ ਲਾਂਭੇ ਕੀਤਾ ਤੇ ਉਹਦਾ ਨਤੀਜਾ ਇਹ ਹੋਇਆ ਕਿ 2017 ਚ ਇਹ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਤੇ ਸਰਕਾਰ ਬਣਦਿਆਂ ਕਿੱਥੇ ਰਹਿ ਗਈ ਸੀ? 20 ਸੀਟਾਂ ਤੇ ਰਹਿ ਗਈ ਸੀ। ਫਿਰ ਅਗਾਂਹ ਵੀ ਦੁਬਾਰਾ ਆਪਾਂ ਜਦੋਜਹਿਦ ਕੀਤੀ। 2019 ਦੀ ਪਾਰਲੀਮੈਂਟ ਦੀ ਚੋਣ ਆਉਂਦੀ ਹੈ। ਆਮ ਆਦਮੀ ਪਾਰਟੀ ਦਾ ਸਾਰੇ ਭਾਰਤ ਦੇ ਵਿੱਚੋਂ ਸਫਾਇਆ ਹੋ ਗਿਆ। ਇੱਕ ਸੀਟ ਸਿਰਫ ਤੇ ਸਿਰਫ ਕਿਹੜੀ ਆਉਂਦੀ ਹੈ? ਸੰਗਰੂਰ ਦੀ। ਕੱਲਾ ਬੰਦਾ ਜਿੱਤਦਾ ਹੈ ਜਿਹਦਾ ਨਾਮ ਭਗਵੰਤ ਮਾਨ। ਹੁਣ ਇੱਥੇ ਦੱਸੋ ਜੀ, ਪਾਪੂਲੈਰਿਟੀ ਆਮ ਆਦਮੀ ਪਾਰਟੀ ਦੀ ਹੁੰਦੀ ਤੇ ਫਿਰ ਜਿਹੜੀ ਕੋਲ ਪਹਿਲਾਂ 4 ਸੀਟਾਂ ਸੀ, 4 ਚੋਂ ਘਟ ਕੇ ਇੱਕ ਕਿਉਂ ਰਹੀ? ਇਹ ਵੀ ਵੇਖਣ ਵਾਲੀ ਗੱਲ ਆ। ਜੇ ਆਪਾਂ ਇਹ ਕਹਿੰਦੀ ਕਿ ਜੋ ਕੁਝ ਹੋ ਰਿਹਾ ਕੇਜਰੀਵਾਲ ਦੇ ਨਾਂ ਤੇ ਹੋ ਰਿਹਾ ਨਾ, ਤੇ ਜੇ ਕੇਜਰੀਵਾਲ ਦੇ ਨਾਂ ਤੇ ਹੁੰਦਾ ਤੇ ਫਿਰ ਉਨੀ ਦੇਰ ਤੱਕ ਕੇਜਰੀਵਾਲ ਨੇ ਸਾਰੀ ਕੋਸ਼ਿਸ਼ ਕੀਤੀ। ਇੱਕ ਮੌਕਾ ਕੇਜਰੀਵਾਲ ਨੂੰ ਕਿਹੜੀ ਮੋਟਰ ਵੀ ਜਿਹੜੀ 5 ਕਿੱਲੇ ਵਾਟ ਪਿੱਛੇ ਹਟਮੀ ਸੀ ਉਹ ਤੇ ਵੀ ਇੱਕ ਮੌਕਾ ਕੇਜਰੀਵਾਲ ਨੂੰ, ਲੇਕਿਨ ਕੇਜਰੀਵਾਲ ਦੇ ਨਾਂ ਦੇ ਉੱਤੇ ਕੋਈ ਮੁਹਿੰਮ ਇੱਥੇ ਨਹੀਂ ਸੀ ਬਣੀ। ਕੇਜਰੀਵਾਲ ਨੇ ਫਿਰ ਆ ਕੇ ਅੰਮ੍ਰਿਤਸਰ ਸਾਹਿਬ ਜਿਹਦੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਜੁਆਇਨ ਕਰਵਾਇਆ, ਆਪ ਜੁਆਇਨ ਕਰਵਾਉਣ ਵਾਸਤੇ ਆਏ ਸੀ। ਹੁਣ ਤੁਸੀਂ ਇਹ ਦੇਖੋ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਜੁਆਇਨ ਕਰਵਾਉਣ ਵਾਸਤੇ ਆਉਣ ਦਾ ਮਕਸਦ ਕੀ ਸੀ ਕਿ ਪੈਰ ਨਹੀਂ ਲੱਗ ਰਹੇ, ਪੈਰ ਲਵਾਈਏ। ਔਰ ਉਹ ਪੈਰ ਲੱਗਣ ਦਾ ਵੀ ਇੱਕ ਵੱਡਾ ਕਾਰਨ ਇਹ ਵੀ ਸੀਗਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸਾਂ ਨੂੰ ਜਿਸ ਢੰਗ ਦੇ ਨਾਲ ਡੀਲ ਕੀਤਾ ਸੀ, ਜਿਵੇਂ ਉਹਨੇ ਆਪਣੀ ਕਮਿਟਮੈਂਟ ਦਿਖਾਈ ਸੀ। ਵੱਖਰੀ ਗੱਲ ਹੈ ਕਿ ਹਾਈ ਕੋਰਟ ਨੇ ਉਹਨਾਂ ਦੀ ਸਾਰੀ ਕੀਤੀ ਕਰਾਈ ਦੇ ਉੱਤੇ ਪਾਣੀ ਫੇਰਤਾ ਤੇ ਪਾਣੀ ਫੇਰਨ ਦਾ ਕਾਰਨ ਵੀ ਇਹ ਸੀਗਾ ਕਿ ਵੇਲੇ ਦੀ ਸਰਕਾਰ ਦੀ ਅਣਗਹਿਲੀ ਤੇ ਪੰਜਾਬ ਪੁਲਿਸ ਦੀ ਜਿਹੜੀ 5 ਮੈਂਬਰੀ ਟੀਮ ਦੇ ਵਿੱਚੋਂ 4 ਮੈਂਬਰਾਂ ਨੇ ਉਹਨੂੰ ਸਹਿਯੋਗ ਨਾ ਦੇਣਾ, ਇਹਦਾ ਕਰਕੇ ਉਹਦੇ ਤੇ ਪਾਣੀ ਫਿਰ ਗਿਆ। ਲੇਕਿਨ ਉਹ ਗੈਰਤਮੰਦ ਇਨਸਾਨ ਹੈ, ਉਹਨੇ ਕਿਹਾ ਜੀ ਆ ਚੱਕੋ, ਨੌਕਰੀ ਛੱਡਤੀ। ਨੌਕਰੀ ਛੱਡ ਕੇ ਤੇ ਉਹਨੇ ਆਪਕੇ ਪਬਲਿਕ ਲਾਈਫ ਅਡਾਪਟ ਕਰ ਲਈ। ਮਤਲਬ ਉਹਦਾ ਇਹ ਸੀਗਾ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਬਦਲਾ ਅਦਾਲਤ ਦੇ ਰਾਹੀਂ ਲਊਂਗਾ ਤੇ ਮੈਂ ਆਪਦੀ ਪ੍ਰੈਕਟਿਸ ਕਰੂੰਗਾ। ਕੇਜਰੀਵਾਲ ਨੂੰ ਪਤਾ ਲੱਗਿਆ ਬੰਦਾ ਕੰਮ ਦਾ, ਇਹਨੇ ਜਾ ਕੇ ਉਹਨੂੰ ਆਪਣੀ ਪਾਰਟੀ 'ਚ ਜੁਆਇਨ ਕਰਵਾ ਲਿਆ ਤੇ ਉੱਥੇ ਇਹਨੇ ਕਿਹਾ ਸੀ ਕਿ ਹੁਣ ਅਸੀਂ ਤੁਹਾਨੂੰ ਪੰਜਾਬ ਦਾ ਚਿਹਰਾ ਦੇਵਾਂਗੇ, ਇੱਕ ਸਿੱਖ ਸਰਦਾਰ ਦੇਵਾਂਗੇ ਤੇ ਪੰਜਾਬ ਦਾ ਚਿਹਰਾ ਦੇਣ ਦੀ ਗੱਲ ਕੀਤੀ। ਲੇਕਿਨ ਪੰਜਾਬ ਦਾ ਚਿਹਰਾ ਦਿੱਤਾ ਕੋਈ ਨਹੀਂ ਸੀ। ਪੰਜਾਬ ਦੇ ਚਿਹਰੇ ਦੀ ਤਲਾਸ਼ ਦੇ ਵਿੱਚ ਇਹ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਹੋਈਆਂ ਕਿ ਰਾਘਵ ਚੱਡਾ SPS ਓਬਰਾਏ ਦੇ ਨਾਲ ਮੁਲਾਕਾਤ ਕਰਦਾ, ਉਹਨੂੰ ਮਨਾਉਂਦਾ ਹੈ ਕਿ ਆ ਤੂੰ ਸਾਡੇ ਚੇਅਰਮੈਨ ਆਪਣਾ ਚਿਹਰਾ ਬਣ। ਪਰ ਕਿਉਂਕਿ
ਉਹਨੇ ਕੰਮ ਚੰਗੇ ਕੀਤੇ ਹੈ, ਲੇਕਿਨ ਐਸਪੀਐਸ ਓਬਰਾਏ ਦਾ ਪਿਛੋਕੜ ਵੀ ਵਿਵਾਦਾਂ ਦੇ ਇੱਕ ਕੇਂਦਰ ਹੈ। ਉਹਨੂੰ ਇਸ ਗੱਲ ਦਾ ਪਤਾ ਸੀ ਕਿ ਅਗਰ ਮੈਂ ਇਲੈਕਸ਼ਨ ਲੜ ਲਈ ਤਾਂ ਤੇ ਫਿਰ ਉਹ ਤਾਂ ਸਾਰੇ ਦਾ ਸਾਰਾ ਚੀਜ਼ ਕੀਤਾ ਕਰਾਇਆ ਜਿਹੜਾ ਸਾਹਮਣੇ ਆ ਉਹ ਜਾਣਾ। ਹੀਟ ਪੈਚ ਸਾਹਮਣੇ ਆ ਜੂ ਤੇ ਆਪਾਂ ਨੂੰ ਲੋੜ ਹੀ ਨਹੀਂ ਇਸ ਗੱਲ ਦੀ ਪੈਂਦੀ। ਮਜਬੂਰੀ ਬਸ ਫਿਰ ਭਗਵੰਤ ਮਾਨ ਦਾ ਐਲਾਨ ਕਰਨਾ ਪਿਆ ਤੇ ਐਲਾਨ ਜਮਾ ਜਦੋਂ ਰਾਹ ਨਹੀਂ ਲੱਭਿਆ ਕਦੋਂ ਜਦੋਂ ਸਾਰੀਆਂ ਸੀਟਾਂ ਤਕਸੀਮ ਕਰਤੀਆਂ ਸੀ, ਹੂੰ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਹੈਗੀਆਂ ਸੀਟਾਂ ਵੰਡਤੀਆਂ ਸੀ, ਇੱਕ ਅੱਧੀ ਕੋਈ ਸੀਟ ਰਹਿ ਗਈ ਸੀ, ਆਪਾਂ ਨੂੰ ਪਤਾ ਕਿ ਇਹਨਾਂ ਦੀ ਗੱਲ ਨਹੀਂ ਖੜੀ ਹੋਈ ਸੀ। ਫਿਰ ਉਹ ਆਦਮੀ ਜਿਨ੍ਹਾਂ ਬੰਦਿਆਂ ਨੂੰ ਕੋਈ ਪੰਚਾਇਤ ਦਾ ਮੈਂਬਰ ਵੀ ਬਣਾਉਣ ਨੂੰ ਤਿਆਰ ਉਹ ਨਹੀਂ ਵੀ ਸੀ, ਫਿਰ MLA ਉਹ 92 ਵੀ ਐਮਐਲਏ ਬਣ ਗਏ। ਹੁਣ ਭਗਵੰਤ ਸਿੰਘ ਮਾਨ ਐਮਐਲਏ ਵੀ ਬਣ ਗਿਆ, ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਵੀ ਬਣਾ ਦਿੱਤਾ, ਲੇਕਿਨ ਭਗਵੰਤ ਸਿੰਘ ਮਾਨ ਨੂੰ ਜਿਹੜੀ ਖੁਦ ਮੁਖਤਿਆਰੀ ਚਾਹੀਦੀ ਹੈ ਉਹ ਹੈ ਨਹੀਂ। ਔਰ ਖੁਦ ਮੁਖਤਿਆਰੀ ਕੇਜਰੀਵਾਲ ਦੇਣ ਦੇ ਹੱਕ ਵਿੱਚ ਨਹੀਂ। ਜੇ ਆਪਾਂ ਦੇਖੀਏ ਡੇ 1 ਤੋਂ ਸ਼ੁਰੂ ਦੇ ਵਿੱਚ ਆਪਾਂ ਦੇਖੀਏ, ਜਦੋਂ ਕੇਜਰੀਵਾਲ ਸਾਹਿਬ ਨੇ ਵਿਕਰਮ ਮਜੀਠੀਆ ਤੋਂ ਮਾਫੀ ਮੰਗੀ ਹੈ, ਉਸ ਮਾਫੀ ਦੇ ਮੰਗਣ ਤੋਂ ਜਿਹੜਾ ਪ੍ਰਤੀਕਰਮ ਹੋਇਆ ਸੀ ਸਭ ਤੋਂ ਪਹਿਲਾਂ ਭਗਵੰਤ ਮਾਨ ਨੇ ਕੀਤਾ ਸੀ, ਸੁਖਪਾਲ ਸਿੰਘ ਖਹਿਰਾ ਨੇ ਕੀਤਾ ਸੀ, ਕਮਰ ਸੰਧੂ ਸਾਹਿਬ ਨੇ ਕੀਤਾ ਸੀ। ਲਗਭਗ ਅੱਧੀ ਪਾਰਟੀ ਜਿਹੜੀ ਹੈਗੀ ਆ ਉਹ ਵਿਰੋਧ ਵਿੱਚ ਖੜੀ ਹੋ ਗਈ ਸੀ, ਲਗਭਗ ਸਾਰੀ ਖੜੀ ਸੀ। ਅੱਧੀ ਪਾਰਟੀ ਦਾ ਟੁੱਟ ਕੇ ਪਾਸੇ ਚਲੀ ਗਈ ਸੀ ਨਾ। ਬਠਿੰਡੇ ਦੇ ਵਿੱਚ ਕਨਵੈਨਸ਼ਨ ਹੁੰਦੀ ਹੈ, ਬਠਿੰਡੇ ਦੀ ਕਨਵੈਨਸ਼ਨ ਦੇ ਵਿੱਚ ਉਹ ਕਹਿੰਦੇ ਆ ਜੀ ਸਾਨੂੰ ਖੁਦ ਮੁਖਤਿਆਰੀ ਚਾਹੀਦੀ ਹੈ। ਸੂਬਾ ਕਮੇਟੀ ਨੂੰ ਤੁਸੀਂ ਇੰਨੇ ਕੁ ਅਖਤਿਆਰ ਦੇ ਦਿਓ ਕਿ ਅਸੀਂ ਆਪਣੇ ਸੂਬੇ ਦੇ ਫੈਸਲੇ ਆਪ ਲੈ ਸਕੀਏ, ਅਸੀਂ ਇੱਥੋਂ ਦੀ ਨੀਤੀ ਤੈਅ ਕਰ ਸਕੀਏ। ਲੇਕਿਨ ਕੇਜਰੀਵਾਲ ਨੇ ਨਹੀਂ ਦਿੱਤੀ ਸੀ। ਭਗਵੰਤ ਸਿੰਘ ਮਾਨ ਨੇ ਉਸ ਵੇਲੇ ਅਸਤੀਫਾ ਦਿੱਤਾ ਸੀ, ਅਸਤੀਫਾ ਦੇ ਕੇ ਘਰ ਬੈਠ ਗਿਆ ਸੀ। ਫਿਰ ਭਗਵੰਤ ਸਿੰਘ ਤਾਂ ਕਾਫੀ ਲੰਬੇ ਸਮੇਂ ਬਾਅਦ ਆਇਆ। ਭਗਵੰਤ ਮਾਨ ਉਨੀ ਦੇਰ ਤੱਕ ਚੁੱਪ ਰਿਹਾ। ਚਲੋ ਹੁਣ ਜਿਹੜੀ ਇਸ ਵੇਲੇ ਦੀ ਸਥਿਤੀ ਹੈ, ਹੁਣ ਜੋ ਖੁਦ ਮੁਖਤਿਆਰੀ ਖਹਿਰਾ ਹੋਣੀ ਮੰਗਦੇ ਸੀ, ਪੰਜਾਬ ਦੀ ਪਾਰਟੀ ਮੰਗਦੀ ਸੀ, ਉਹ ਨਹੀਂ ਦਿੱਤੀ, ਤੇ ਉਹੀ ਖੁਦ ਮੁਖਤਿਆਰੀ ਦਾ ਰੌਲਾ ਹੁਣ ਗੱਲ ਉੱਥੇ ਹੀ ਫੇਰ ਆ ਗਈ। ਜਿੱਥੋਂ ਗੱਲ ਸ਼ੁਰੂ ਹੋਈ ਸੀ ਗੱਲ ਉੱਥੇ ਹੀ ਆ ਗਈ। ਇੱਥੋਂ ਉਹਨੇ ਕੇਜਰੀਵਾਲ ਫੈਸਲਾ ਕਰੇ, ਇਹ ਪੰਜਾਬ ਦੇ ਲੋਕ ਫੈਸਲਾ ਕਰਨ ਕਿ ਉਹਨਾਂ ਨੇ ਜਿਹੜਾ ਆਪਣਾ ਇੱਕ ਫਤਵਾ ਦਿੱਤਾ ਹੈ ਉਸ ਫਤਵੇ ਦਾ ਸਤਿਕਾਰ ਕਰਨਾ ਹੈ ਜਾਂ ਫਿਰ ਦਸਤਾਰ ਰੁਲਦੀ ਦੇਖਣੀ। ਹੁਣ ਦਸਤਾਰ ਦੇ ਰੁਲਣ ਦੇ ਕਾਰਨ ਕੀ ਹੈ ਕਿ 4 ਮਹੀਨੇ ਪਹਿਲਾਂ ਅਨਮੋਲ ਰਤਨ ਸਿੱਧੂ ਨੂੰ ਐਡਵੋਕੇਟ ਜਨਰਲ ਬਣਾਇਆ ਜਾਂਦਾ ਔਰ ਬੰਦਾ 4 ਮਹੀਨਿਆਂ ਬਾਅਦ ਹੀ ਛੱਡ ਦਿੰਦਾ ਹੈ। ਇਹਦਾ ਮਤਲਬ ਇਹ ਹੈ ਕਿ ਪ੍ਰਸ਼ਾਸਨ ਜਿਹੜਾ ਹੈਗਾ ਉਹ ਠੀਕ ਨਹੀਂ ਚੱਲ ਰਿਹਾ। 4 ਵੱਡੇ ਅਹੁਦੇ ਹੁੰਦੇ ਹੈ, ਮੁੱਖ ਮੰਤਰੀ ਦੇ, ਚੀਫ ਸੈਕਟਰੀ, ਡੀਜੀਪੀ, ਐਡਵੋਕੇਟ ਜਨਰਲ ਔਰ ਪ੍ਰਿੰਸੀਪਲ ਸੈਕਟਰੀ। ਇਹ 4 ਪਾਵੇ ਹੈ, ਇਹ 4 ਪਾਵੇ ਹੈ। ਤਾਂ ਮੰਜੇ ਦੇ 4 ਪਾਵੇ ਹੈ ਤੇ ਜਾਂ ਸੇਰੂ ਕਹਿ ਲਓ, ਜੋ ਉਹਦੇ ਵਿੱਚ ਪੈਣਾ ਉਹਨੇ। 4 ਪਾਵਿਆਂ ਦੇ ਵਿੱਚੋਂ ਜੇ ਇੱਕ ਅਹਿਮ ਪਾਵਾ ਪਾਸੇ ਹੋ ਗਿਆ ਤੇ ਫਿਰ ਤਾਂ ਟਿਕਟ ਲਿਖਾਓ। ਉਹ ਅਹਿਮ ਪਾਵਾ ਜੇ ਪਾਸੇ ਹੋ ਗਿਆ ਤੇ ਉਸ ਅਹਿਮ ਪਾਵੇ ਦਾ ਕਹੇ ਨਾ ਕਹੇ, ਲੇਕਿਨ ਅਹਿਮ ਪਾਵੇ ਨੇ ਇੱਕ ਗੱਲ ਬਹੁਤ ਵਧੀਆ ਕਹੀ ਹੈ। ਉਹਦੀ ਗੱਲ ਤੁਸੀਂ ਦੇਖੋ, ਕਹਿੰਦਾ ਜੀ ਮੈਂ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਾ, ਉਹਨਾਂ ਦੀ ਸਰਕਾਰ ਨੇ ਮੈਨੂੰ ਐਡਵੋਕੇਟ ਜਨਰਲ ਲਾਇਆ। ਮੈਂ ਕੇਜਰੀਵਾਲ ਸਾਹਿਬ ਦਾ ਧੰਨਵਾਦ ਕਰਦਾ, ਪਾਰਟੀ ਦਾ ਧੰਨਵਾਦ ਕਰਦਾ, ਤੇ ਮੈਂ ਧੰਨਵਾਦ ਰਾਘਵ ਚੱਡੇ ਦਾ ਵੀ ਕਰਦਾ। ਉਹ ਜਿਹੜਾ ਦਾ ਵੀ ਕਰਦੇ ਦੀ ਗੱਲ ਸੀ, ਉਹਦੇ ਵਿੱਚੋਂ ਜਿਹੜੀ ਉਹਦੀ ਕੁੜੱਤਨ ਸੀ ਉਹ ਸਮਝਦੀ ਸੀ, ਜਿਹੜੀ ਉਹਦੀ ਦੁੱਖ ਦੀ ਰਗ ਸੀ ਉਹ ਬੋਲਦੀ ਸੀ ਕਿ ਮੈਂ ਉਸ ਬੰਦੇ ਦੀ ਵਜ੍ਹਾ ਕਾਰਨ ਛੱਡ ਕੇ ਜਾ ਰਿਹਾ। ਮੈਂ ਧੰਨਵਾਦ ਉਹਦਾ ਵੀ ਕਰਦਾ ਕਿ ਮੈਂ ਛੱਡ ਕੇ ਜਾ ਰਿਹਾ। ਹੁਣ ਉਹ ਛੱਡ ਕੇ ਚਲਾ ਗਿਆ। ਜੇ ਭਗਵੰਤ ਸਿੰਘ ਮਾਨ ਦਾ ਆਪਾਂ ਦੇਖੀਏ ਕਿ ਭਗਵੰਤ ਸਿੰਘ ਮਾਨ ਕਿੰਨਾ ਕੁ ਸੰਤੁਸ਼ਟ ਹੈ ਕਿ ਇਹ ਸਾਰਾ ਕੁਝ ਭਗਵੰਤ ਮਾਨ ਦੀ ਮਰਜ਼ੀ ਨਾਲ ਹੋ ਰਿਹਾ, ਨਹੀਂ ਹੋ ਰਿਹਾ। ਜੇ ਮਰਜ਼ੀ ਨਾਲ ਹੋ ਰਿਹਾ ਹੁੰਦਾ ਤਾਂ ਦਾਨੇਵਾਲੀਆ ਸਾਹਿਬ ਕੱਲ ਸਵੇਰੇ ਇਹਨਾਂ ਨੇ ਆਪਣੀ ਕੈਬਨਿਟ ਦੀ ਮੀਟਿੰਗ ਰੱਖੀ ਹੋਈ ਸੀ ਜੀ, ਲੇਕਿਨ ਉਹ ਕੈਬਨਿਟ ਦੀ ਮੀਟਿੰਗ ਨਹੀਂ ਹੋ ਸਕੀ। ਇਹਨੂੰ ਦਿੱਲੀ ਜਾਣਾ ਪਿਆ। ਦਿੱਲੀ ਨਹੀਂ ਜਾਣਾ ਪਿਆ, ਦਿੱਲੀ ਰਹਿਣਾ ਪੈ ਗਿਆ। ਇਹ ਦਿੱਲੀ ਪਹਿਲਾਂ ਹੀ ਗਿਆ ਹੋਇਆ ਸੀ। ਭਗਵੰਤ ਸਿੰਘ ਮਾਨ ਦੀ ਗਜਿੰਦਰ ਸਿੰਘ ਸ਼ੇਖਾਵਤ ਪਾਣੀਆਂ ਵਾਲੇ ਜਿਹੜੇ ਹੈਗੇ ਮੰਤਰੀ, ਉਹਨਾਂ ਨਾਲ ਪਹਿਲਾਂ ਮੀਟਿੰਗ ਸੀ। ਮੀਟਿੰਗ ਤੋਂ ਬਾਅਦ ਇਹਨਾਂ ਨੂੰ ਦਿੱਲੀ ਰਹਿਣਾ ਪੈ ਗਿਆ। ਅਗਲੇ ਦਿਨ ਨਾਲ ਦੀ ਨਾਲ ਹੀ ਜਾਂਦੇ ਹੈ, ਕੱਲ ਗਏ ਹੈ ਕੇਜਰੀਵਾਲ ਦੇ ਘਰ। ਰਾਘਵ ਚੱਡਾ ਵੀ ਉੱਥੇ ਪਹੁੰਚਦਾ ਹੈ, ਉੱਥੇ ਬੈਠ ਕੇ ਇਹਨਾਂ ਦੀ ਗੱਲਬਾਤ ਹੁੰਦੀ ਹੈ ਔਰ ਉਸ ਗੱਲਬਾਤ ਦੇ ਵਿੱਚ ਕਹਿੰਦੇ ਜੀ ਸਭ ਕੁਝ ਠੀਕ ਠਾਕ ਹੈ, ਲੇਕਿਨ ਸਭ ਕੁਝ ਠੀਕ ਠਾਕ ਨਹੀਂ। ਜਦੋਂ ਕਹਿ ਦਿਓ ਨਾ ਸਭ ਠੀਕ ਠਾਕ ਆ, ਉਦੋਂ ਠੀਕ ਠਾਕ ਉਦੋਂ ਜਦੋਂ ਕਹਿੰਦੇ ਪਾਰਟੀ ਦੇ ਵਿੱਚ ਮੁਕੰਮਲ ਏਕਤਾ ਨਹੀਂ ਹੁੰਦੀ, ਉਦੋਂ ਪਾਰਟੀ ਖੱਖੜੀਆਂ ਕਰੇਲੇ ਹੁੰਦੀ ਹੈ। ਹੁਣ ਸਥਿਤੀ ਕੀ ਹੈ? ਸਥਿਤੀ ਹੁਣ ਇਹ ਹੈ ਕਿ ਭਗਵੰਤ ਸਿੰਘ ਮਾਨ ਨੂੰ ਹੌਲੀ ਕਰਕੇ ਕਮਜ਼ੋਰ ਕੀਤਾ ਜਾ ਰਿਹਾ। ਸੂਬੇਦਾਰ ਜਿਹੜਾ ਹੈਗਾ ਇਸ ਵੇਲੇ ਬੜਾ ਜ਼ਬਰਦਸਤ ਹੈ। ਉਹ ਸੂਬੇਦਾਰ ਹਰ ਗੱਲ ਦੇ ਵਿੱਚ ਦਖਲਅੰਦਾਜ਼ੀ ਕਰਦਾ। ਜੇ ਐਡਵੋਕੇਟ ਜਨਰਲ ਦੇ ਵਿੱਚ ਲਾਭਸਰ ਰੱਖਣੇ, ਉਹਦੀ ਗੜਬੜ। ਜੇ ਪਟਵਾਰੀ ਦੀ ਬਦਲੀ ਕਰਨੀ ਹੈ ਤਾਂ ਵੀ ਉੱਥੇ ਹੀ ਹੈ ਜੀ, ਉੱਥੇ ਵੀ ਦਿੱਲੀ ਫਾਈਲ ਜਾਏ ਬਿਨਾਂ ਤੇ 50 ਨੰਬਰ ਕੋਠੀ ਬਿਨਾਂ ਗਤੀ ਨਹੀਂ ਹੁੰਦੀ। ਹਾਂ, ਦੂਜੇ ਪਾਸੇ ਗੱਲ ਦੇਖੀਏ ਕਿ ਭਗਵੰਤ ਮਾਨ ਦੇ ਪ੍ਰਤੀ ਪੰਜਾਬੀਆਂ ਨੂੰ ਭੋਰਾ ਵੀ ਸ਼ਿਕਵਾ ਨਹੀਂ, ਮੈਂ ਕਹੂੰਗਾ ਨਫ਼ਰਤ ਨਹੀਂ, ਨਾਰਾਜ਼ਗੀ ਨਹੀਂ ਹੈ। ਕਿਉਂ ਨਹੀਂ ਨਾਰਾਜ਼ਗੀ? ਨਾਰਾਜ਼ਗੀ ਇਸ ਕਰਕੇ ਨਹੀਂ ਕਿ ਭਗਵੰਤ ਮਾਨ ਦੇ ਉੱਤੇ ਅੱਜ ਤੱਕ 1 ਰੁਪਈਏ ਦਾ ਇਲਜ਼ਾਮ ਨਹੀਂ ਲੱਗਦਾ ਕਿ ਉਸ ਬੰਦੇ ਨੇ ਹੇਰਾਫੇਰੀ ਕੀਤੀ ਹੈ। ਭਗਵੰਤ ਮਾਨ ਦੇ ਉੱਤੇ ਇਹ ਵੀ ਇਲਜ਼ਾਮ ਨਹੀਂ ਲੱਗਦਾ
ਕਿ ਉਹ ਪੰਜਾਬ ਪ੍ਰਤੀ ਸੁਹਿਰਦ ਸੁਹਿਰਦ ਨਹੀਂ। ਹੈ। ਭਗਵੰਤ ਮਾਨ ਦੇ ਉੱਤੇ ਇਹ ਵੀ ਇਲਜ਼ਾਮ ਨਹੀਂ ਲੱਗਦਾ ਕਿ ਉਹਨੇ ਆਪਣੇ ਪ੍ਰਸ਼ਾਸਨ ਨੂੰ ਆਪਣੇ ਟੱਬਰ ਤੱਕ ਸੀਮਿਤ ਕਰਤਾ। ਇਹ ਸਾਰੀਆਂ ਗੱਲਾਂ ਨਹੀਂ। ਜੇ ਭਗਵੰਤ ਮਾਨ ਪ੍ਰਤੀ ਲੋਕਾਂ ਨੂੰ ਨਾਰਾਜ਼ਗੀ ਹੈ ਤਾਂ ਉਹ ਕਹਿੰਦੇ ਜੀ ਜਿਹੜੀ ਪਰਫਾਰਮੈਂਸ ਸਰਕਾਰ ਦੀ ਦਿਖਣੀ ਚਾਹੀਦੀ ਸੀ ਉਹ ਨਹੀਂ ਦਿਖ ਰਹੀ। ਉਹ ਜੇ ਦਿਖ ਨਹੀਂ ਰਹੀ ਤਾਂ ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਜਿਹੜੀ ਦਿੱਲੀ ਦੀ ਦਖਲਅੰਦਾਜ਼ੀ। ਹੁਣ ਦਿੱਲੀ ਦੀ ਦਖਲਅੰਦਾਜ਼ੀ ਹੈ। ਮੈਨੂੰ ਅੱਜ ਮੈਂ ਮਾਲਵਿੰਦਰ ਸਿੰਘ ਮਾਲੀ ਦੀ ਪੋਸਟ ਪੜ੍ਹ ਰਿਹਾ ਸੀ ਇੱਕ। ਮਾਲਵਿੰਦਰ ਮਾਲੀ ਨੇ ਕੱਲ ਜਿਹੜੀ ਕੇਜਰੀਵਾਲ ਸਾਹਿਬ ਦੀ ਸੁਰੱਖਿਆ ਜਿਹੜੀ ਉਹਨਾਂ ਨੂੰ ਦਿੱਤੀ ਗਈ ਹੈ ਪੰਜਾਬ ਪੁਲਿਸ ਵੱਲੋਂ, ਉਹਦੇ ਤੇ ਉਹਨਾਂ ਨੇ ਕਿੰਤੂ ਪ੍ਰੰਤੂ ਕੀਤਾ ਹੈ। ਭਾਵੇਂ ਪੰਜਾਬ ਪੁਲਿਸ ਨੇ ਖੰਡਨ ਕਰ ਦਿੱਤਾ ਹੈ ਕਿ ਜਿਹੜੀ ਉਹ ਲੈਟਰ ਦਾ ਜ਼ਿਕਰ ਕਰਦੇ ਕਿ ਇਹ ਲੈਟਰ ਹੈ ਜਿਹਦੇ ਵਿੱਚ ਕਨਵੀਨਰ ਦਿਖਾਇਆ ਗਿਆ, ਕੇਜਰੀਵਾਲ ਨੂੰ ਪੰਜਾਬ ਦੀ ਆਪ ਦਾ ਵੀ ਕਨਵੀਨਰ ਦਿਖਾਇਆ ਗਿਆ ਹੈ। ਉਹ ਕਹਿੰਦੇ ਸਾਡਾ ਤਾਂ ਲੈਟਰ ਹੀ ਹੈ ਨਹੀਂਗਾ, ਅਸੀਂ ਨਹੀਂ ਜਾਰੀ ਕੀਤਾ। ਉਹ ਕਹਿੰਦੇ ਜਿਹੜੀ ਓਮ ਪ੍ਰਕਾਸ਼ ਸੋਨੀ ਨੇ ਪਟੀਸ਼ਨ ਦਾਇਰ ਕੀਤੀ ਹੈ ਜੀ ਹਾਈ ਕੋਰਟ ਦੇ ਵਿੱਚ, ਉਹਦੇ ਵਿੱਚ ਉਹਨੇ ਨੋਟਿਸ ਲਾਇਆ ਸਾਡੇ ਤਾਂ ਕਹਿੰਦੇ ਕਿਤੇ ਦਸਤਖਤ ਹੀ ਹੈ ਨਹੀਂ। ਪਹਿਲੀ ਗੱਲ ਹੈ ਜਿਹੜੇ ਸਿਕਿਉਰਿਟੀ ਵਾਲੇ ਇਸ ਕਿਸਮ ਦੇ ਡਾਕੂਮੈਂਟਸ ਹੁੰਦੇ ਦਸਤਖਤ ਨਹੀਂ ਹੁੰਦੇ, ਉਹਦੇ ਤੇ ਲਿਸਟ ਬੁੱਕ ਤੇ ਉੱਤੇ ਕੋਈ ਸਟੈਂਪ ਨਹੀਂ ਲੱਗੀ ਹੁੰਦੀ ਹੈ, ਗੁਪਤ ਮਾਮਲਾ ਹੁੰਦਾ। ਇਹੀ ਤਾਂ ਰੌਲਾ ਉਦੋਂ ਪੈਂਦਾ ਸੀ ਕਿ ਸਿੱਧੂ ਮੂਸੇਵਾਲੇ ਦੀ ਜਿਹੜੀ ਸਿਕਿਉਰਿਟੀ ਵਾਪਸ ਲੈਣ ਦੀ ਗੱਲ ਦੱਸੀ ਕੀ ਨਹੀਂ। ਜੀ ਉਹਦੇ ਵਿੱਚ ਜਿਹੜੀ ਉਹਦੇ ਵਿੱਚ ਭਗਵੰਤ ਸਿੰਘ ਮਾਨ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ, ਉਹ ਸਿਰਫ ਉਸ ਲੈਟਰ ਕਰਕੇ ਕਰਨਾ ਪਿਆ ਸੀ। ਜੇ ਉਹ ਲੈਟਰ ਜਾਰੀ ਨਾ ਹੁੰਦਾ, ਇਹ ਨਾ ਦੱਸਿਆ ਹੁੰਦਾ ਕਿ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਘਟਾ ਦਿੱਤੀ ਗਈ ਹੈ, ਭਾਵੇਂ ਉਹਦਾ ਕਤਲ ਹੋ ਜਾਂਦਾ, ਉਹਦਾ ਜਿਹੜਾ ਹੈਗਾ ਟਾਰਗੇਟ ਭਗਵੰਤ ਸਿੰਘ ਮਾਨ ਨੇ ਨਹੀਂ ਬਣਨਾ ਸੀ। ਲੇਕਿਨ ਉਹ ਕੀ ਭਗਵੰਤ ਸਿੰਘ ਮਾਨ ਨੇ ਆਪ ਕੀਤਾ ਸੀ? ਮੈਂ ਕਹਿੰਦਾ ਨਹੀਂ ਕੀਤਾ ਸੀ, ਕਿਉਂਕਿ ਭਗਵੰਤ ਸਿੰਘ ਮਾਨ ਦਾ ਜਿਹੜਾ ਟਵਿੱਟਰ ਹੈਂਡਲ ਹੈ ਉਹਨੂੰ ਕੋਈ ਹੋਰ ਬੰਦਾ ਆਪਰੇਟ ਕਰਦਾ। ਉਹ ਤਾਂ ਸਾਰਿਆਂ ਦੀ ਉੱਥੇ ਹੀ ਹੈ ਜੀ, ਉੱਥੇ ਹੀ ਹੈ। ਇਹਨਾਂ ਦਾ ਸੈਂਟਰ ਕੰਟਰੋਲ ਰੂਮ ਦੇ ਉੱਤੇ, ਵਾਰ ਰੂਮ 'ਚ ਹੀ ਹੈ। ਉਹ ਵਾਰ ਰੂਮ ਦੇ ਵਿੱਚ ਉੱਥੋਂ ਉਹ ਸਾਰਾ ਕੁਝ, ਕਿਉਂਕਿ ਆਪਾਂ ਨੂੰ ਪੰਜਾਬੀ ਤੋਂ ਪਤਾ ਲੱਗ ਜਾਂਦਾ, ਗੱਲਬਾਤ ਤੋਂ ਪਤਾ ਲੱਗ ਜਾਂਦਾ, ਜੋ ਉਹਦਾ ਬਿਆਨ ਤੋਂ ਪਤਾ ਲੱਗ ਜਾਂਦਾ ਸਾਰੀ ਗੱਲ। ਉਹਦੀ ਗੱਲ ਹੈ ਕਿ ਜਿਹੜਾ ਉਹ ਬਿਆਨ ਦਿੱਤਾ ਗਿਆ ਸੀ ਉਹ ਨਹੀਂ ਦੇ ਸਕਦਾ ਸੀ ਭਗਵੰਤ ਸਿੰਘ ਮਾਨ, ਉਹ ਆ ਗਿਆ, ਉਹਦੇ ਆਉਣ ਦਾ ਖੰਡਨ ਵੀ ਨਹੀਂ ਕਰ ਸਕਿਆ। ਖੰਡਨ ਨਾ ਕਰ ਸਕਣ ਦਾ ਨਤੀਜਾ ਕੀ ਹੋਇਆ? ਤੇ ਨਤੀਜਾ ਉਹਦਾ ਇਹ ਹੋ ਗਿਆ ਵੀ ਸੰਗਰੂਰ ਦੇ ਵਿੱਚ ਬੜੇ ਔਖੇ ਹਾਲਾਤ ਦਾ ਸਾਹਮਣਾ ਕਰਨਾ ਪਿਆ, ਟਾਪ ਲੱਗ ਗਈ। ਹੁਣ ਉਹਦਾ ਜੇ ਠੀਕਰਾ ਭੰਨਣਾ ਹੋਵੇ ਤਾਂ ਭਗਵੰਤ ਸਿੰਘ ਮਾਨ ਤੇ ਭੰਨਣਾ ਪਊ। ਲੇਕਿਨ ਜੋ ਮਾਲੀ ਕਹਿੰਦੇ ਇਹ ਨਾ ਸੋਚੋ ਕਿ ਕੇਜਰੀਵਾਲ ਨੇ ਜਿਹੜਾ ਕਨਵੀਨਰ ਆਪ ਪੰਜਾਬ ਦਾ ਕਨਵੀਨਰ ਜਿਹੜਾ ਲਿਖਿਆ ਗਿਆ ਉਹਨੂੰ, ਉਹ ਕੱਲਾ ਸਿਕਿਉਰਿਟੀ ਤੱਕ ਸੀਮਿਤ ਹੈ। ਉਹ ਕਹਿੰਦੇ ਸਿਕਿਉਰਿਟੀ ਤੱਕ ਸੀਮਿਤ ਨਹੀਂ, ਜਦੋਂ ਵੀ ਚੀਫ ਮਿਨਿਸਟਰ ਦੇ ਪ੍ਰਤੀ ਕੋਈ ਕਾਰਵਾਈ ਕਰਨੀ ਹੈ, ਵਿਧਾਇਕਾਂ ਦੀ ਮੀਟਿੰਗ ਬੁਲਾਉਣੀ ਹੈ, ਸਟੇਟ ਪ੍ਰੈਜ਼ੀਡੈਂਟ ਬੁਲਾ ਸਕਦਾ। ਜਿਵੇਂ ਕਿ ਬੁਲਾਈ ਗਈ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਲਾਇਆ ਗਿਆ, ਉਹ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦਾ ਆਰਾਮ ਨਾਲ ਸੁੱਤਾ ਪਿਆ ਸੀ। ਰਾਤੇ ਰਾਤ ਸਾਰੇ ਐਮਐਲਏ ਨੂੰ ਸੁਨੇਹੇ ਪਹੁੰਚ ਗਏ ਤੇ ਤੜਕੇ 8-9 ਵਜੇ ਜਦੋਂ ਪਤਾ ਲੱਗਿਆ ਕਿ ਸੀਐਲਪੀ ਦੀ ਮੀਟਿੰਗ ਹੈ, ਉਹਨੇ ਫੋਨ ਕੀਤਾ ਸੋਨੀਆ ਗਾਂਧੀ ਨੂੰ, ਮੈਂ ਸੀਐਲਪੀ ਦਾ ਲੀਡਰ ਹਾਂ, ਮੈਨੂੰ ਪਤਾ ਨਹੀਂ। ਉਹ ਕਹਿੰਦੀ ਸੌਰੀ ਅਮਰਿੰਦਰ, ਤੁਹਾਨੂੰ ਛੱਡਣਾ ਪੈਣਾ। ਤੇ ਉਹਨੂੰ ਉਦੋਂ ਪਤਾ ਲੱਗਾ ਵੀ ਮੇਰਾ ਤਾਂ ਕੀਰਤਨ 16 ਪੜ੍ਹਤਾ। ਸੇਮ ਪੋਜੀਸ਼ਨ ਉਹ ਕਹਿੰਦੇ ਵੀ ਇਹੀ ਹੈ। ਹੁਣ ਇਹ ਹਾਲਾਤ ਬਣਦੇ, ਇਹ ਠੀਕ ਹੈ ਕਿ ਜਿਹੜੇ 92 ਐਮਐਲਏ ਜਿੱਤੇ ਹੈ, ਉਹਨਾਂ 92 ਐਮਐਲਏਜ਼ ਨੂੰ ਟਿਕਟਾਂ ਦਿੱਲੀ ਵਾਲਿਆਂ ਨੇ ਦਿੱਤੀਆਂ, ਪਰ 92 ਐਮਐਲਏਜ਼ ਨੂੰ ਜੇ ਵੋਟਾਂ ਪਈਆਂ ਉਹ ਦਿੱਲੀ ਵਾਲਿਆਂ ਦੇ ਨਾਂ ਤੇ ਨਹੀਂ ਪਈਆਂ। ਇੱਕ ਮੌਕਾ ਕੇਜਰੀਵਾਲ ਨੂੰ ਨਹੀਂ ਦਿੱਤਾ। ਇਹ ਮੁਹਿੰਮ ਉਦੋਂ ਬਣੀਆਂ, ਹਨੇਰੀ ਉਦੋਂ ਬਣੀਆਂ ਜਦੋਂ ਭਗਵੰਤ ਮਾਨ ਦਾ ਨਾਮ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਪੇਸ਼ ਕਰ ਦਿੱਤਾ ਸੀ, ਉਹਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਦਿੱਤਾ ਸੀ, ਤੇ ਇਹ ਸਾਰੀਆਂ ਦੀਆਂ ਸਾਰੀਆਂ ਵੋਟਾਂ ਭਗਵੰਤ ਮਾਨ ਦੇ ਨਾਂ ਕਰਕੇ ਪਈਆਂ। ਹੁਣ ਇਸ ਵੇਲੇ ਦੀ ਸਥਿਤੀ ਹੈ ਕੀ ਹੈ? ਇਸ ਵੇਲੇ ਦੀ ਸਥਿਤੀ ਹੈ ਕਿ ਪੰਜਾਬ ਇੱਕ ਦੁਰਾਹੇ ਤੇ ਖੜਾ ਹੈ, ਇੱਧਰ ਜਾਂ ਇੱਧਰ। ਜੇ ਤਾਂ ਭਗਵੰਤ ਸਿੰਘ ਮਾਨ ਨੂੰ ਇੱਕ ਮਤਲਬ ਜਿਹੜਾ ਹੈਗਾ ਆਪਾਂ ਗੁਲਾਮ ਬਣਾ ਕੇ ਰੱਖਦੀ ਹੈ ਆਮ ਆਦਮੀ ਪਾਰਟੀ, ਤਾਂ ਭਗਵੰਤ ਸਿੰਘ ਮਾਨ ਦੀ ਜਿਹੜੀ ਸ਼ਖਸੀਅਤ ਹੈ ਉਹ ਨੇਸ ਤੋਂ ਨਾਬੂਦ ਹੋ ਜਾਂਦੀ ਹੈ। ਜੇ ਭਗਵੰਤ ਸਿੰਘ ਮਾਨ ਆਪਣੀ ਹੋਂਦ ਦਿਖਾਉਂਦਾ, ਜਿਹੜਾ ਕਿ ਉਹਦੇ ਚ ਚਿੰਗ ਹੈਗੀ ਹੈ, ਉਹਦੇ ਵਿੱਚ ਕੰਡਾ ਹੈਗਾ, ਤਾਂ ਭਗਵੰਤ ਸਿੰਘ ਮਾਨ ਫਿਰ ਧਰੂ ਤਾਰੇ ਵਾਂਗੂ ਚਮਕ ਵੀ ਸਕਦਾ ਹੈ। ਔਰ ਉਹਨਾਂ ਹਾਲਾਤਾਂ ਦੇ ਵਿੱਚ ਫਿਰ ਇਹ ਦੇਖਣਾ ਕਿ ਹੋਊਗਾ ਕੀ। ਇੱਥੇ ਬੈਠਾ ਚੱਡਾ ਸਾਰੇ ਐਮਐਲਏ ਨੂੰ ਆਪ ਡੀਲ ਕਰ ਰਿਹਾ, ਸਾਰੀਆਂ ਬਦਲੀਆਂ ਛਦਲੀਆਂ ਉਹ ਆਪ ਕਰਵਾ ਰਹੇ, ਸਾਰੇ ਉਹਨਾਂ ਦੇ ਕਹਿਣ ਦੇ ਉੱਤੇ ਆਪ ਕਰ ਜੋ ਕੁਝ ਕਰ ਰਿਹਾ, ਹਾਜ਼ਰੀ ਚੱਡੇ ਦੀ ਭਰ ਰਿਹਾ। ਇਹਨਾਂ ਹਾਲਾਤਾਂ ਦੇ ਵਿੱਚ ਫਿਰ ਆਮ ਆਦਮੀ ਪਾਰਟੀ ਦੇ ਐਮਐਲਏਜ਼ ਦਾ ਕੀ ਬਣੂ? ਮੇਰਾ ਹੁਣੇ ਮੰਨਣਾ ਹੈ ਕਿ ਜੇ ਕਿਤੇ ਆਮ ਆਦਮੀ ਪਾਰਟੀ ਦੇ ਐਮਐਲਏਜ਼ ਨੇ ਆਪਣੀ ਕੇਂਦਰੀ ਲੀਡਰਸ਼ਿਪ ਦੇ ਕਹਿਣ ਦੇ ਉੱਤੇ ਭਗਵੰਤ ਸਿੰਘ ਮਾਨ ਦੀ ਹੈਸੀਅਤ ਨਾਲ ਕਿਸੇ ਕਿਸਮ ਦੀ ਛੇੜਛਾੜ ਕੀਤੀ ਤਾਂ ਇਹਨਾਂ ਦੀ ਹਾਲਤ ਕੀ ਹੋਣੀ ਹੈ ਦਾਨੇਵਾਲੀਆ ਸਾਹਿਬ? ਇਹਨਾਂ ਦੀ ਹਾਲਤ ਉਹ ਹੋਣੀ ਹੈ ਜਿਹੜੀ ਹਾਲਤ 2015 ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਉਸ ਬੇਅਦਬੀ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਇੱਕ ਲਾਵਾ ਫੁੱਟਿਆ ਸੀਗਾ ਤੇ ਪਿੰਡਾਂ 'ਚ ਵੜਨ ਨੂੰ ਰਹਿ ਗਏ ਸੀਗੇ, ਚੰਡੀਗੜ੍ਹ ਤੱਕ ਸੀਮਿਤ ਕਰਤਾ ਸੀ, ਮੁਹਾਲੀ ਵੀ ਨਹੀਂ ਵੜ ਸਕਦੇ, ਮੁਹਾਲੀ ਨਹੀਂ। ਤੇ ਮੇਰਾ ਮੰਨਣਾ ਹੈ ਕਿ ਪੰਜਾਬ ਦੇ ਐਮਐਲਏ ਨੂੰ ਫਿਰ ਪੰਜਾਬ ਦੇ ਲੋਕਾਂ ਨੇ ਪਿੰਡਾਂ 'ਚ ਨਹੀਂ ਵੜਨ ਦੇਣਾ। ਬਿਲਕੁਲ ਉਹ ਹੋਣੀ ਹੈ ਕਿਸਾਨ ਅੰਦੋਲਨ ਵੇਲੇ ਜੋ ਕੁਝ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨਾਲ ਹੁੰਦੀ ਸੀ। 2 ਮਿਸਾਲਾਂ ਦੇਵਾਂਗਾ। ਇੱਕ ਮਿਸਾਲ ਤਾਂ ਸੀ ਜਲੰਧਰ ਦੀ, ਕੈਪਟਨ ਅਮਰਿੰਦਰ ਸਿੰਘ ਦੀ ਭਾਵੇਂ ਭਾਰਤੀ ਜਨਤਾ ਪਾਰਟੀ ਨਾਲ ਨੇੜਤਾ ਹੈ, ਲੇਕਿਨ ਹਰਜੀਤ ਸਿੰਘ ਗਰੇਵਾਲ ਹੋਰੀ ਕਿਉਂ ਖਫਾ ਹੈ ਕੈਪਟਨ ਦੇ ਨਾਲ ਅੱਜ ਵੀ? ਉਹਨਾਂ ਨੂੰ ਹਜਮ ਕਿਉਂ ਨਹੀਂ ਹੁੰਦਾ? ਹਾਲਾਂਕਿ
ਅੱਖਾਂ ਦਾ ਤਾਰਾ ਬਣਾਇਆ ਹੋਇਆ ਹੈ ਨਰਿੰਦਰ ਮੋਦੀ ਸਾਹਿਬ ਨੇ ਤੇ ਅਮਿਤ ਸ਼ਾਹ ਜੀ ਨੇ, ਕੈਪਟਨ ਅਮਰਿੰਦਰ ਸਿੰਘ ਨੂੰ। ਪਰ ਇੱਥੋਂ ਵਾਲਿਆਂ ਨੂੰ ਕੀ ਐਲਰਜੀ ਹੈ? ਇੱਥੋਂ ਵਾਲੇ ਕਹਿੰਦੇ ਐਲਰਜੀ ਸਾਨੂੰ ਇਹ ਹੈ ਕਿ ਇਹ ਅਮਰਿੰਦਰ ਸਿੰਘ ਸੀ ਜਿਹਨੇ ਕਿਸਾਨਾਂ ਨੂੰ ਚੁੱਕ ਦੇ ਕੇ ਸਾਨੂੰ ਜਲੀਲ ਕਰਾਇਆ। ਉਹ ਕਹਿੰਦੇ ਜਿਹੜਾ ਇੱਕ ਉਹ ਜਲੰਧਰ ਇਹਨਾਂ ਦਾ ਇੱਕ ਲੀਡਰ ਸੀ, ਉਹਦੇ ਘਰੇ ਗੋਹਾ ਸਟਵਾਇਆ, ਜਿਨ੍ਹਾਂ ਕਿਸਾਨਾਂ ਨੇ ਸੁੱਟਿਆ ਸੀ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ, ਕੋਈ ਪਰਚੇ ਨਹੀਂ ਦਿੱਤੇ। ਜੇ ਪਰਚੇ ਦਿੱਤੇ ਤਾਂ ਐਡੀਆਂ ਜਿਹੜੀਆਂ ਬੇਕਾਰ ਧਰਾਵਾਂ ਲਾਤੀਆਂ ਕਿ ਉਹ ਬੰਦੇ ਜਿਹੜੇ ਹੈਗੇ ਦਫਰ ਲਾਉਂਦੇ ਵੀ ਕੀ, ਹਾਂ ਚਲੋ ਉਹ ਨਿਕਲ ਜਾਂਦੇ। ਉਹ ਤੋਂ ਬਾਅਦ ਤੁਸੀਂ ਇੱਕ ਹੋਰ ਦੇਖੋ, ਇੱਕ ਉਹਨਾਂ ਦਾ ਐਮਐਲਏ ਅਬੋਹਰ ਦਾ ਸੀ, ਕਿਵੇਂ ਲੀੜੇ ਪਾੜੇ, ਉਹਦੇ ਲੀੜੇ ਪਾੜ ਕੇ ਤੇ ਉਹਦੇ ਨਾਲ ਕੀ ਗੱਲ ਕੀਤੀ ਸੀ। ਲਗਭਗ ਉਹ ਸਥਿਤੀ ਹੋਣੀ ਹੈ। ਤੇ ਮੇਰੇ ਖਿਆਲ ਮੁਤਾਬਕ ਜੇ ਉਹ ਸਥਿਤੀ ਹੁੰਦੀ ਹੈ ਤੇ ਪੰਜਾਬ ਜਿਹੜਾ ਮੈਂ ਕਹਿੰਦਾ ਦੁਰਾਹੇ ਤੇ ਕਿਹੜਾ, ਫਿਰ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਵੀ ਖਰਾਬ ਹੋਣ ਵਾਲੇ ਪਾਸੇ ਜਾ ਸਕਦੀ ਹੈ। ਸੋ ਇਸ ਵੇਲੇ ਭਗਵੰਤ ਮਾਨ ਨੂੰ ਹੌਸਲੇ ਦੀ ਲੋੜ ਹੈ। ਪੰਜਾਬੀਆਂ ਨੂੰ ਚਾਹੀਦਾ ਹੈ ਕਿ ਇਸ ਜਿਹੜਾ ਹੈਗਾ ਪਰਖ ਦੀ ਘੜੀ ਦੇ ਵਿੱਚ ਪੰਜਾਬੀ ਇੱਕ ਕੰਧ ਬਣ ਕੇ ਭਗਵੰਤ ਮਾਨ ਦੇ ਨਾਲ ਖੜਨ, ਔਰ ਭਗਵੰਤ ਮਾਨ ਨੂੰ ਇੰਨਾ ਕੁ ਹੌਸਲਾ ਬਖਸ਼ਣ ਕਿ ਦਿੱਲੀ ਦੀ ਪਰਵਾਹ ਨਾ ਕਰ। ਜੇ ਤੁਸੀਂ ਦਿੱਲੀ ਦੀ ਪਰਵਾਹ ਕਰਨ ਲੱਗੇ, ਉਹਨਾਂ ਦੀ ਸਰਦਾਰੀ ਕਬੂਲ ਕਰ ਲਈ, ਤਾਂ ਭਗਵੰਤ ਸਿੰਘ ਫਿਰ ਤੇਰਾ ਹਾਲ ਵੀ ਉਹੀ ਹੋਊਗਾ ਜੋ ਹਾਲ ਚਰਨਜੀਤ ਸਿੰਘ ਚੰਨੀ ਦਾ ਹੋਇਆ, ਜੋ ਹਾਲ ਕੈਪਟਨ ਅਮਰਿੰਦਰ ਸਿੰਘ ਦਾ ਹੋਇਆ, ਜੋ ਹਾਲ ਬਾਦਲਾਂ ਦਾ ਹੋਇਆ। ਇਹ ਹੁਣ ਇਤਿਹਾਸ ਦੇ ਵਿੱਚ ਤੂੰ ਆਪਣਾ ਮੁਕਾਮ ਬਣਾਉਣਾ ਕੀ ਹੈ, ਇਹ ਤੇਰੇ ਤੇ ਨਿਰਭਰ ਹੈ। ਕਿਉਂਕਿ ਦਿੱਲੀ ਜਿਹੜੀ ਹੈਗੀ ਹੈ ਉਹ ਸਪੇਅਰ ਕਰਨ ਨੂੰ ਤਿਆਰ ਨਹੀਂ ਹੈ। ਦਿੱਲੀ ਢਿੱਲੋਂ ਸਾਹਿਬ, ਜੇ ਦਿੱਲੀ ਦੇ ਉੱਤੋਂ ਦੀ ਪਾਣੀ ਹੋ ਜੂ ਤਾਂ ਫਿਰ ਦਿੱਲੀ ਕਦੋਂ ਚਾਹੂਗੀ ਵੀ ਮੇਰੇ ਪੁਲਾਂ ਦੇ ਉੱਤੋਂ ਦੀ ਪਾਣੀ ਲੰਘੇ? ਉਹ ਤਾਂ ਕਹਿੰਦਾ ਮੇਰੇ ਥੱਲੋਂ ਦੀ ਲੰਘੇ। ਬਿਲਕੁਲ ਦਿੱਲੀ ਆਪਣੇ ਥੱਲੇ ਦੀ ਪਾਣੀ ਨਿਹਾਲੇ, ਪਰ ਇਹ ਪੰਜਾਬੀਆਂ ਦੇ ਵਾਸਤੇ ਤੇ ਪੰਜਾਬ ਵਾਸਤੇ ਇੱਕ ਪਰਖ ਦੀ ਘੜੀ ਹੈ। ਔਰ ਇਹਦੇ 'ਚ ਮੈਂ ਨਾਲ ਅਗਲੀ ਗੱਲ ਦੱਸਾਂ ਕਿ ਜੇ ਸਥਿਤੀ ਇਹ ਬਣ ਗਈ, ਇੱਕ ਵਾਰੀ ਐਕਸਪੈਰੀਮੈਂਟ ਹੋਇਆ 89 ਦੇ ਵਿੱਚ। 89 ਦੇ ਵਿੱਚ ਕਾਂਗਰਸ ਅਕਾਲੀ ਦਲ ਸਭ ਕੁਝ ਪੂਜ ਕੇ ਸਿਮਰਜੀਤ ਸਿੰਘ ਮਾਨ ਹੋਰਾਂ ਨੂੰ ਲੋਕ ਲੈ ਰਹੇ ਸੀ। ਉਦੋਂ ਸਿਮਰਜੀਤ ਸਿੰਘ ਮਾਨ ਹੋਰਾਂ ਨੇ ਜਿਹੜੀ ਇਹਨਾਂ ਦਾ ਗਰੁੱਪ ਸੀ, ਇਹਨਾਂ ਨੇ ਜਿਹੜੀ ਆਪਣੀ ਸਕਾਰਾਤਮਕ ਭੂਮਿਕਾ ਨਿਭਾਉਣੀ ਸੀ ਉਹ ਨਹੀਂ ਨਿਭਾਈ। ਉਹਦਾ ਨਤੀਜਾ ਹੋਇਆ ਕਿ ਕਿਤੇ ਦੀ ਕਿਤੇ ਗਏ ਤੇ ਜਾ ਕੇ 99 ਤੇ 99 ਤੋਂ ਬਾਅਦ 22 ਦੇ ਵਿੱਚ ਆ ਕੇ ਸਿਮਰਜੀਤ ਸਿੰਘ ਮਾਨ ਦੀ ਹਾਜ਼ਰੀ ਪਾਰਲੀਮੈਂਟ ਦੇ ਵਿੱਚ ਲੱਗਦੀ ਹੈ। ਸੇਮ ਪੋਜੀਸ਼ਨ ਹੋਣੀ ਹੈ। ਜੇ ਹੁਣ ਆ ਜਿਹੜਾ ਇੱਕ ਐਕਸਪੈਰੀਮੈਂਟ ਕੀਤਾ ਹੈ, ਇਹਦੇ 'ਚ ਫੇਲ ਹੋ ਗਏ, ਭਗਵੰਤ ਸਿੰਘ ਮਾਨ ਵੀ ਇਤਿਹਾਸ ਦੇ ਕੂੜੇਦਾਨ ਦਾ ਹਿੱਸਾ ਬਣ ਜਾਊਗਾ, ਕੂੜਾ ਬਣ ਜਾਊਗਾ। ਉਹਨੇ ਇਤਿਹਾਸ ਦੇ ਕੂੜੇਦਾਨ ਦਾ ਹਿੱਸਾ ਬਣਨਾ ਹੈ। ਔਰ ਪੰਜਾਬ ਨੂੰ ਪਤਾ ਨਹੀਂ ਫਿਰ ਕਿੰਨੇ ਬਾਰੇ ਫਿਰ ਉਹੀ ਜਿਹੜਾ ਹੈਗਾ ਪੁਰਾਣਾ ਸੰਤਾਪ ਫਿਰ ਭੋਗਣਾ ਪਵੇ। ਔਰ ਜਦੋਂ ਉਹ ਸੰਤਾਪ ਭੋਗਣਾ ਪਊਗਾ ਤੇ ਫਿਰ ਦੇਖੋ ਪੰਜਾਬ ਦੇ ਜਿਹੜੇ ਪੁੱਤ ਹੈ, ਜਿਹੜੇ ਅੱਜ ਗੈਂਗਸਟਰ ਬਣੇ ਫਿਰ ਇਹ ਗੈਂਗਸਟਰ ਨਹੀਂ ਰਹਿਣੇ ਇਕੱਲੇ, ਫਿਰ ਇਹਦੇ ਵਿੱਚ ਰੈਡੀਕਲਿਜ਼ਮ ਦਾ ਵੀ ਟੀਕਾ ਲੱਗ ਜਾਣਾ। ਔਰ ਉਹ ਯੋਗਦਾਨ ਲੱਗਣਾ ਸ਼ੁਰੂ ਹੋ ਗਿਆ। ਕੋਈ ਵੀ ਗੱਲ ਹੋਵੇ, ਕੋਈ ਵੀ ਗੱਲਬਾਤ ਹੋਵੇ, ਹਰ ਗੱਲਬਾਤ ਦੇ ਉੱਤੇ ਗੁਰਪਤਵੰਤ ਸਿੰਘ ਪੰਨੂ ਬੋਲ ਪੈਂਦਾ ਹੈ, 6 ਫਾਰ ਜਸਟਿਸ ਵਾਲੇ ਆ ਗੱਲ ਕਰਨਗੇ ਤੇ ਜਿਹੜੀ ਉਹ ਗੱਲ ਕਰਦੇ ਆ ਉਹ ਪੈਸਾ ਬਹੁਤ ਉਹਨਾਂ ਕੋਲ, ਬਹੁਤ ਪੈਸਾ। ਉਹ ਜਿਹੜੀ ਪੈਸੇ ਵਾਲੀ ਗੱਲ ਕਰਦੇ ਤੇ ਉਸ ਪੈਸੇ ਦਾ ਅਸਰ ਅਸੀਂ ਗਾਹੇ ਬਗਾਹੇ ਹੁੰਦਾ ਦੇਖਦੇ ਆ। ਬੱਚੇ ਆ ਜਾਂਦੇ ਆ ਬਹਿਕਾਵੇ ਦੇ ਵਿੱਚ, ਈਵਨ ਇੱਥੋਂ ਤੱਕ ਭਾਵੇਂ ਮਿਲਦੇ ਆ ਨਹੀਂ ਮਿਲਦੇ ਉਹਨਾਂ ਨੂੰ ਵੱਖਰੀ ਗੱਲ ਆ। ਨਹੀਂ ਤੁਸੀਂ ਆਪਾਂ ਸਿੱਧੂ ਮੂਸੇਵਾਲੇ ਦੇ ਮਰਡਰ ਕੇਸ ਦੇਖ ਲਓ। ਸਿੱਧੂ ਮੂਸੇਵਾਲੇ ਦੇ ਮਰਡਰ ਕੇਸ ਦੇ ਵਿੱਚੋਂ ਹੁਣ ਜਿਹੜੇ ਗੈਂਗਸਟਰਾਂ ਨੇ ਸਿੱਧੂ ਮੂਸੇਵਾਲੇ ਨੂੰ ਕਤਲ ਕੀਤਾ, ਉਹ ਕਹਿੰਦੇ ਗੋਲਡੀ ਬਰਾੜ ਨੇ ਸਾਨੂੰ ਪੈਸੇ ਨਹੀਂ ਭੇਜੇ। ਇਹ ਮਤਲਬ ਇਸ ਕਿਸਮ ਦੇ ਬਹਿਕਾਵੇ ਦੇ ਵਿੱਚ ਲੈ ਕੇ ਬੱਚਿਆਂ ਨੂੰ ਗਲਤ ਰਸਤੇ ਦੇ ਵਿੱਚ ਪਾ ਕੇ ਪੰਜਾਬ ਨੂੰ ਫਿਰ ਬਲਦੀ ਦੇ ਬੂਥੇ ਪਾਇਆ ਜਾ ਸਕਦਾ ਹੈ। ਸੋ ਇਸ ਵੇਲੇ ਪੰਜਾਬ ਜਿਹੜਾ ਹੈਗਾ ਇਸ ਮੁਕਾਮ ਦੇ ਉੱਤੇ ਖੜਾ ਹੈ ਕਿ ਇਹਨੂੰ ਬਸ ਤਖਤ ਜਾਂ ਤਖਤੇ ਵਾਲੀ ਗੱਲ ਹੈ। ਪਰ ਕਈ ਵਾਲੀ ਜਿਹੜੀ ਅਪਾਇੰਟਮੈਂਟ ਹੋਈ ਹੈ ਉਹ ਵੀ ਫਿਰ ਮੈਨੂੰ ਨਹੀਂ ਲੱਗਦਾ ਵੀ ਭਗਵੰਤ ਸਿੰਘ ਮਾਨ ਦੇ ਹੱਥੋਂ ਹੋਈ ਹੈ, ਉਹ ਵੀ ਤਾਂ ਬੜੀ ਫਿਰ ਚਰਚਾ ਹੋ ਰਹੀ ਹੈ। ਭਗਵੰਤ ਸਿੰਘ ਮਾਨ ਨੇ ਜਦੋਂ ਜ਼ਿਕਰ ਕੀਤਾ ਹੈ, ਨਵਜੋਤ ਸਿੰਘ ਸਿੱਧੂ ਹੋਰਾਂ ਨੇ ਨਵਜੋਤ ਸਿੰਘ ਚੜਿਆ ਹੋਇਆ ਆਪਣੇ ਕੀ ਕਹਿੰਦੇ ਆ ਅਨਮੋਲ ਰਤਨ ਸਿੱਧੂ ਹੋਰਾਂ ਨੇ ਅਸਤੀਫਾ ਦਿੱਤਾ ਤੇ ਉਹਦੇ ਤੇ ਉਹ ਗੱਲ ਕਰਦੇ ਸੀ। ਉਹਨਾਂ ਦੀ ਇੱਕ ਵੀਡੀਓ ਆਈ ਹੈ, ਕਈ ਸਾਹਿਬ ਦਾ ਨਾਂ ਜਿਹੜਾ ਹੈਗਾ ਸਾਡੇ ਐਡਵੋਕੇਟ ਜਨਰਲ, ਉਹਨਾਂ ਦਾ ਨਾਂ ਵਿਨੋਦ ਕਈ ਹੈ। ਹਾਂਜੀ, ਲੇਕਿਨ ਭਗਵੰਤ ਸਿੰਘ ਮਾਨ ਹੋਰੀ ਵਨੀਤ ਕਈ ਕਹਿ ਗਏ ਸੀ। ਇਹਦਾ ਮਤਲਬ ਜੇ ਉਹਨਾਂ ਦੀ ਆਪਣੀ ਚੋਇਸ ਹੁੰਦੀ ਤਾਂ ਫਿਰ ਤਾਂ ਨੂੰ ਵੀ ਤਾਂ ਪਤਾ ਹੁੰਦਾ ਵੀ ਕੌਣ ਹੈ। ਹੁਣ ਅਗਲੀ ਗੱਲ ਇਹ ਹੈ, ਫਿਰ ਜਿਹੜੀ ਹੈਗੀ ਹੈ ਫਿਰ ਉਹ ਇਮਤਿਹਾਨ ਵਾਲੀ ਗੱਲ ਹੈ ਕਿ ਵਿਨੋਦ ਕਈ ਸਾਹਿਬ ਬੜੇ ਕਾਬਲ ਵਕੀਲ ਹੈ। ਮੈਂ ਇਸ ਗੱਲ ਦੇ ਹੱਕ 'ਚ ਨਹੀਂ ਕਿ ਪ੍ਰੋਫੈਸ਼ਨਲਿਜ਼ਮ ਦੇ ਵਿੱਚ ਇਸ ਗੱਲ ਨੂੰ ਆਧਾਰ ਬਣਾਇਆ ਜਾਵੇ ਕਿ ਫਲਾਣੇ ਦਾ ਵਕੀਲ ਸੀ, ਧਮਕੇ ਦਾ ਵਕੀਲ ਸੀ, ਅਮਕੇ ਦਾ ਵਕੀਲ ਸੀ। ਬੰਦੇ ਹੁੰਦੇ ਆ ਵਕੀਲ, ਪਰ ਵਕੀਲ ਬੰਦਾ ਉਸੇ ਨੂੰ ਕਰੂਗਾ ਜਿਹਦੇ ਕਣਕੰਡਾ ਜੀ ਦਮਕਮ ਹੈ। ਉਹਨਾਂ ਨੇ ਆਪਣੇ ਸਾਰੇ ਕੇਸ ਲਗਭਗ ਜਿਹੜੀ ਹੈਗੇ ਉਹਦੇ ਵਿੱਚ ਰਿਲੀਫ ਹਾਸਲ ਕੀਤੀ ਹੈ, ਆਪਣੇ ਕਲਾਇੰਟਸ ਨੂੰ ਦਵਾਈ ਹੈ। ਇਸੇ ਕਰਕੇ ਪੰਜਾਬ ਵਾਲਿਆਂ ਨੇ ਵਿਚਾਰੋ ਦੀ ਗੱਲ ਕਰ ਲਈ। ਪਰ ਵੱਡੀ ਗੱਲ ਇਹ ਹੈ ਕਿ ਜੇ ਇਹ ਗੱਲ ਤੂਲ ਫੜ ਗਈ, ਕਿਉਂਕਿ ਤੂਲ ਤਾਂ ਫੜ ਗਈ, ਤੀਲੀ ਤਾਂ ਲੱਗ ਗਈ। ਹੁਣ ਲੱਖੇ ਸਿਧਾਣੇ ਵਰਗੇ ਵੀ ਬੋਲਣ ਲੱਗ ਪਏ, 31 ਜੁਲਾਈ ਨੂੰ ਜਿਹੜਾ ਸਿੱਖ ਸੰਗਤਾਂ ਦਾ ਉੱਥੇ ਸਮਾਗਮ ਸੱਦ ਲਿਆ ਉੱਥੇ ਬਾਈਬਲ ਕਲਾਂ ਜਿਹੜਾ ਸੱਦ ਲਿਆ, ਉਹ ਹੁਣ ਇਕੱਠ ਵਧੂਗਾ। ਉਹ ਹੁਣ ਇਕੱਠ ਵਧੂਗਾ ਤੇ ਇਹ ਇਕੱਠ ਤੁਸੀਂ ਫਿਰ ਦੇਖੋ ਇਹ ਕਿੱਧਰ ਨੂੰ ਲੈ ਕੇ, ਇਹ ਇਕੱਠ ਜਿਹੜਾ ਹੈਗਾ ਇਹ ਚੱਬੇ ਵਾਲਾ ਸਰਬੱਤ ਖਾਲਸਾ ਤੋਂ ਲੈ ਕੇ ਫਿਰ ਜਿਹੜਾ ਗ੍ਰੇਟ ਮਾਰਚ ਹੋਇਆ ਸੀ, ਜਦੋਂ ਅਕਾਲੀ ਦਲ ਦੀ ਕਾਨਫਰੰਸ ਜਿਹੜੀ ਹੈਗੀ ਹੈ
ਪਟਿਆਲੇ ਹੋ ਰਹੀ ਸੀ, ਹੂੰ ਕਾਂਗਰਸ ਪਾਰਟੀ ਦੀ ਕਾਨਫਰੰਸ ਕਿੱਲੇ ਵਾਲੀ ਹੋ ਰਹੀ ਸੀ, ਹੂੰ ਤੇ ਇੱਕ ਆਪ ਮੁਹਾਰਾ ਇਕੱਠ ਜਿਹੜਾ ਹੈਗਾ ਬਰਗਾੜੀ ਜੁੜਿਆ ਸੀ, ਬਰਗਾੜੀ ਜੁੜਿਆ ਸੀ। ਜਿਸ ਦੇ ਵਿੱਚ ਇੱਕ ਵੱਡੇ ਪ੍ਰੋਸੈਸ਼ਨ ਦੀ ਅਗਵਾਈ ਕਰ ਰਿਹਾ ਸੀ ਸੁਖਪਾਲ ਸੁਖਪਾਲ ਸਿੰਘ ਖਹਿਰਾ, ਖਹਿਰਾ। ਕਾਲਾ ਗੱਲ ਦੇ ਵਿੱਚ ਪਰਨਾ ਪਾ ਕੇ। ਪਰਨਾ ਪਾ ਕੇ ਜਿਹੜਾ ਸੀ, ਉਦੋਂ ਕਿਵੇਂ ਹੜ ਆਇਆ ਸੀ। ਇਹ ਉਸ ਕਿਸਮ ਦਾ ਪਤਾ ਨਹੀਂ ਹਾਲਾਤ ਕਿੱਧਰ ਨੂੰ ਜਾਣਗੇ, ਕਿੱਥੇ ਜਾ ਕੇ ਖੜੂਗੇ। ਚੰਗੀ ਗੱਲ ਹੈ, ਸਾਡੇ ਡੀਜੀਪੀ ਸਾਹਿਬ ਦੌਰਾ ਕਰ ਰਹੇ ਹੈ, ਹੂੰ ਜ਼ਿਲ੍ਹੇ 'ਚ ਜਾ ਰਹੇ ਹੈ, ਫੋਰਸ ਨੂੰ ਅਪਲਿਫਟ ਕਰ ਰਹੇ ਹੈ, ਥੋੜਾ ਜਿਹਾ ਇਹਨਾਂ ਦਾ ਹੌਸਲਾ, ਕਹਿੰਦੇ ਵੀ ਹਾਂ ਠੀਕ ਹੈ ਤੁਸੀਂ ਆਪਣੀ ਐਗਜ਼ਿਸਟੈਂਸ ਦਿਖਾਓ ਹਰ ਥਾਂ ਦੇ ਉੱਤੇ। ਉਹ ਦਿਖਾਓ। ਏਡੀਜੀਪੀ ਰੈਂਕ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਉਹਨਾਂ ਨੂੰ ਲਾਤੀਆਂ। ਸਾਰਿਆਂ ਨੂੰ ਲਾਈਆਂ ਹੋਈਆਂ, ਸਾਰੀ ਪੁਲਿਸ ਨੂੰ ਉਹਨਾਂ ਨੇ ਆਪਣਾ ਮਤਲਬ ਹਰਕਤ ਦੇ ਵਿੱਚ ਪਾਇਆ ਹੋਇਆ, ਵੱਡੇ ਅਧਿਕਾਰੀਆਂ ਤੋਂ ਲੈ ਕੇ। ਲੇਕਿਨ ਸਵਾਲ ਹੈ ਕਿ ਕਈ ਵਾਰੀ ਪੋਲੀਟੀਕਲ ਫੈਸਲੇ ਅਜਿਹੇ ਹੁੰਦੇ, ਉਹ ਪੋਲੀਟੀਕਲ ਫੈਸਲੇ ਕਿਸੇ ਹੋਰ ਪਾਸੇ ਨੂੰ ਲੈ ਜਾਂਦੇ ਹੈ। ਇਹ ਚੀਜ਼ਾਂ ਜਿਹੜੀਆਂ, ਕਿਉਂਕਿ ਰਾਜਨੀਤਿਕ ਫੈਸਲਾ ਤੁਹਾਡਾ ਇੱਕ ਰਾਜਨੀਤਿਕ ਗਲਤ ਫੈਸਲਾ ਕਿੱਥੇ ਦੇ ਕਿੱਥੇ ਲੈ ਗਿਆ। ਇੱਕੋ ਹੀ ਰਾਜਨੀਤਿਕ ਫੈਸਲਾ ਲਿਆ ਸੀ ਬਾਦਲਾਂ ਨੇ ਹੂੰ ਕਿ ਜੀ ਡੇਰਾ ਮੁਖੀ ਨੂੰ ਮਾਫ ਕਰਵਾ ਦਈਏ, ਜਿਹੜਾ ਹੁਣ ਪੰਥ ਚੋਂ ਛੇਕਿਆ ਦੀ ਵਾਪਸੀ ਹੋ ਜੇ, 25 ਸਾਲਾਂ ਵਾਸਤੇ ਰਾਜ ਕਰਾਂਗੇ ਜੇ ਇਹਨਾਂ ਦੀਆਂ ਸਾਨੂੰ ਵੋਟਾਂ ਮਿਲਦੀਆਂ ਰਹਿਣ। ਲੇਕਿਨ ਇੱਕ ਗਲਤੀ ਤੋਂ ਫਿਰ ਗਲਤੀ ਦਰ ਹੁੰਦਿਆਂ ਕਿੱਥੇ ਹੋ ਗਈ ਕਿ ਅੱਜ ਤੀਜੀ ਇਲੈਕਸ਼ਨ ਹੈ। ਤੀਜੀ ਇਲੈਕਸ਼ਨ ਦੇ ਵਿੱਚ ਵੀ ਘਰੇ ਬੈਠੇ, ਤੇ ਹੁਣ ਸਵਾਲ ਇਹ ਖੜਾ ਹੋਣਾ ਸ਼ੁਰੂ ਹੋ ਗਿਆ ਕਿ ਜੀ ਇਹਨਾਂ ਨੂੰ ਘਰ ਨੂੰ ਤੋੜੇ ਜਾਵੇ, ਲਾਂਬੇ ਤੁਰ ਗਏ ਕਿ ਨਾ ਤੁਰ ਗਏ। ਕੱਲ ਹੁਣ ਤੁਸੀਂ ਦੇਖੋ ਇਹਨਾਂ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਹੈ। ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਕਹਿੰਦੇ ਜੀ ਜਿਹੜੀ ਝੂੰਦਾ ਕਮੇਟੀ ਹੈ, ਝੂੰਦਾ ਕਮੇਟੀ ਨੇ 42 ਸਾਨੂੰ ਜਿਹੜੇ ਹੈਗੇ ਨੁਕਤੇ ਦਿੱਤੇ ਆ, ਉਹਨਾਂ 42 ਨੁਕਤਿਆਂ ਤੇ ਅਸੀਂ ਵਿਚਾਰ ਕਰਾਂਗੇ। ਪਰ ਉਸ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਬੁਲਾਇਆ ਕਿਹਨੂੰ? ਸਿਰਫ 2 ਬੰਦਿਆਂ ਨੂੰ, ਇਕਬਾਲ ਸਿੰਘ ਝੂੰਦਾ ਜਿਹੜਾ ਉਹਦਾ ਮੁਖੀ ਸੀ, ਤੇ ਦੂਜਾ ਵਿਰਸਾ ਸਿੰਘ ਬਲਟੋਹਾ ਨਹੀਂ ਮਗਾ। ਲੇਕਿਨ ਇੱਕ ਹੋਰ ਦੇਖੋ, ਆਪਾਂ ਜਗਮੀਤ ਸਿੰਘ ਬਰਾੜ ਦੀ ਗੱਲ ਕਰਦੇ ਹਾਂ, ਜਗਮੀਤ ਸਿੰਘ ਬਰਾੜ ਤੇ ਕਹਿ ਸਕਦੇ ਜੀ ਨਵਾਂ ਹੈ। ਲੇਕਿਨ ਅੱਜ ਪ੍ਰਤੀਕਰਮ ਜਿਹੜਾ ਹੈਗਾ ਆ ਗਿਆ ਪ੍ਰੇਮ ਸਿੰਘ ਚੰਦੂ ਮਾਜਰੇ ਦਾ ਵੀ। ਚੰਦੂ ਮਾਜਰਾ ਕਹਿੰਦਾ ਕਿ ਮੈਂ ਕੱਲ ਇਸ ਕਰਕੇ ਕੋਰ ਕਮੇਟੀ ਦੀ ਮੀਟਿੰਗ 'ਚ ਨਹੀਂ ਜਾ ਸਕਿਆ ਕਿ ਮੇਰੇ ਕੋਈ ਨੀਅਰ ਐਂਡ ਡੀਅਰ ਹੈ ਜਿਹੜੇ ਉਹਨਾਂ ਦੇ ਭੋਗ ਵਗੈਰਾ ਸੀ, ਮੈਂ ਉਧਰ ਗਿਆ ਸੀ। ਪਰ ਅਸਲ 'ਚ ਸੱਦਿਆ ਹੀ ਨਹੀਂ ਹੋਣਾ। ਨਹੀਂ ਸੱਦਿਆ ਨਹੀਂ, ਉਹ ਤਾਂ ਕੋਰ ਕਮੇਟੀ ਦਾ ਮੈਂਬਰ ਹੈਗਾ ਹੀ ਹੈ ਨਾ। ਪਰ ਉਹ ਕੱਲ ਕਹਿੰਦਾ ਵੀ ਕੋਰ ਕਮੇਟੀ ਦੇ ਵਿੱਚ ਜਿਹੜੀ ਇਹ ਝੁੰਦਾ ਕਮੇਟੀ ਦੀ ਰਿਪੋਰਟ ਨੂੰ ਵਿਚਾਰਿਆ ਗਿਆ ਗਲਤ ਹੈ। ਇਹਦੇ ਬਾਰੇ ਤਾਂ ਕਹਿੰਦੇ ਫੈਸਲਾ ਪਹਿਲਾਂ ਇਹ ਹੋਇਆ ਕਿ ਸਮੀਖਿਆ ਕਮੇਟੀ ਦੇ ਵਿੱਚ ਇਹਦੇ ਤੇ ਵਿਚਾਰ ਹੋਊਗਾ। ਸਮੀਖਿਆ ਕਮੇਟੀ ਸਮੀਖਿਆ ਕਰਕੇ ਕੋਰ ਕਮੇਟੀ ਦੇ ਵਿੱਚ ਆਪਦੀ ਰਿਪੋਰਟ ਦੇਊ, ਤੇ ਸਮੀਖਿਆ ਕਮੇਟੀ ਦਾ ਮੁਖੀ ਕਿਹਨੂੰ ਲਾਇਆ ਸੀ? ਬਲਵਿੰਦਰ ਸਿੰਘ ਭੂੰਦੜ ਨੂੰ। ਉਹ ਕਹਿੰਦਾ ਮੈਂ ਤਾਂ ਇਹ ਰਿਪੋਰਟ ਹੀ ਨਹੀਂ ਪੜ੍ਹੀ, ਮੈਨੂੰ ਤਾਂ ਰਿਪੋਰਟ ਦੱਸੀ ਨਹੀਂ, ਮੇਰੇ ਨਾਲ ਤਾਂ ਗੱਲ ਹੀ ਨਹੀਂ ਸਾਂਝੀ ਹੋਈ ਬਲਵਿੰਦਰ ਸਿੰਘ ਭੂੰਦੜ ਦੀ। ਹੁਣ ਤੁਸੀਂ ਇਹ ਦੇਖੋ ਕਿ ਜਿਹੜੀ ਆਪਾਂ ਗੱਲ ਕਰਦੇ ਸੀ ਕਿ ਗੱਲ ਕਿੱਥੋਂ ਸ਼ੁਰੂ ਹੋਈ ਤੇ ਹੁਣ ਕਿੱਥੇ ਆ ਕੇ ਤੋੜ ਮਰੋੜ ਕੀਤੀ ਜਾ ਰਹੀ ਹੈ। ਬਗਾਵਤ ਵਾਲੀ ਗੱਲ ਹੋ ਰਹੀ ਹੈ। ਠੀਕ ਆ, ਵੱਡੇ ਬਾਦਲ ਸਾਹਿਬ ਨੇ ਸਮਝਾਤਾ ਸੁਖਬੀਰ ਨੂੰ ਕਿ ਕਾਕਾ ਅਸਤੀਫਾ ਨਾ ਦੇ ਬੈਠਿੰਗ ਮੁੜ ਕੇ ਜੇ ਇੱਕ ਵਾਰੀ ਲੰਗੋਟ ਖੁੱਲ ਗਿਆ, ਮੁੜ ਕੇ ਹੱਥ ਛੁੱਟ ਗਿਆ ਟੰਬੇ ਤੋਂ। ਸਿੱਧੀ ਗੱਲ ਹੈ, ਜਦੋਂ ਉਹ ਕਹਿੰਦੇ ਹੁੰਦੇ ਆ ਵੀ ਖਾੜੇ ਦੇ ਵਿੱਚ ਕਿਸੇ ਭਲਵਾਨ ਦਾ ਲੰਗੋਟ ਖੁੱਲ ਜੇ ਫਿਰ ਤਾਂ ਉਹਨੂੰ ਭੱਜਣਾ ਹੀ ਪੈਂਦਾ। ਬਿਲਕੁਲ ਫੇਰ ਨਹੀਂ ਵੜਨ ਦਿੰਦਾ। ਇਹਨਾਂ ਹਾਲਾਤਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਤੁਸੀਂ ਬੈਠੇ ਰਹੋ। ਉਹ ਬੈਠੇ ਰਹਿਗੇ, ਪਰ ਕਿੰਨੀ ਦੇਰ ਬੈਠੇ ਰਹਿਣਗੇ? ਸੋ ਇਹ ਜਿਹੜੇ ਹੈ ਨਾ ਬੜੇ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੇ ਤੇ ਫੈਸਲੇ ਠੀਕ ਠਾਕ ਲੈਣੇ ਪੈਣਗੇ। ਜੇ ਭਗਵੰਤ ਸਿੰਘ ਮਾਨ ਜਿਹੜਾ ਇਉਂ ਹੀ ਮੂੰਹ 'ਚ ਘੁਗਣੀਆਂ ਪਾ ਕੇ ਬੈਠਾ ਰਿਹਾ, ਉਹਨੇ ਆਪਣੀ ਐਗਜ਼ਿਸਟੈਂਸ ਨਾ ਦਿਖਾਈ, ਤਾਂ ਫਿਰ ਜਿੱਡੀ ਤੇਜ਼ੀ ਨਾਲ ਵਧੇ। ਇਕੱਲਾ ਇਹ ਨਹੀਂ ਕਿ ਆਮ ਆਦਮੀ ਪਾਰਟੀ ਦੇ ਵਿੱਚੋਂ ਡੀਸਟੇਬਲਾਈਜ਼ ਹੋ ਜਾਵੇ। ਕੱਲ ਮੈਨੂੰ ਨਿਊਯਾਰਕ ਤੋਂ ਇਸ ਸੱਜਣ ਦਾ ਫੋਨ ਆ ਗਿਆ ਜੀ। ਉਹ ਕਹਿੰਦੇ ਵੀ ਸ਼ਾਇਦ ਮੇਰੇ ਖਿਆਲ ਕੁਲਤਾਰ ਸਿੰਘ ਸੰਧਵਾ ਬਾਹਰ ਵਿਦੇਸ਼ ਦੌਰੇ ਤੇ ਆ। ਉਹ ਕਹਿੰਦੇ ਅਸੀਂ ਉਹਨੂੰ ਸੱਦੇ। ਕੁਲਤਾਰ ਸਿੰਘ ਸੰਧਵਾ ਤਾਂ ਅੱਜ ਕੱਲ੍ਹ ਕੁਆਰੰਟੀਨ ਹੋਇਆ ਵਾ। ਕੁਆਰੰਟੀਨ ਹੈ, ਪਰ ਉਹ ਕਹਿੰਦੇ ਵੀ ਉਹਨੇ ਆਉਣਾ ਹੋਣਾ ਜਾਂ ਅਗਲੇ ਹਫ਼ਤੇ। ਹਾਂ, ਜਾਣਾ ਹੋਣਾ। ਕਹਿੰਦੇ ਅਸੀਂ ਉਹਨੂੰ ਸੱਦਿਆ ਤੇ ਅਸੀਂ ਕਹਿੰਦੇ ਉਹਦੇ ਨਾਲ ਗੱਲ ਵੀ ਕੀਤੀ ਤੇ ਅਸੀਂ ਉਹਨੂੰ ਕਿਹਾ ਵੀ ਭਾਈ ਤੂੰ ਹੀ ਬੋਲ। ਮੈਂ ਕਿਹਾ ਕੁਲਤਾਰ ਸਿੰਘ ਸੰਧਵਾ ਕਿਉਂ? ਕਹਿੰਦੇ ਸਾਨੂੰ ਤਾਂ ਐਂ ਲੱਗਦਾ ਵੀ ਇਹੀ ਇਕੱਲਾ ਬੋਲ ਸਕਦਾ, ਹੋਰ ਤਾਂ ਕੋਈ ਨਹੀਂ ਬੋਲ ਸਕਦਾ। ਕਹਿੰਦੇ ਸਾਨੂੰ ਐਂ ਲੱਗਦਾ, ਬਾਕੀ ਤਾਂ ਕਹਿੰਦੇ ਬਸ ਭੇਡਾਂ ਹੀ ਹੈ। ਚਲੋ ਆਪਾਂ ਇਹ ਤਾਂ ਨਹੀਂ ਕਹਿ ਸਕਦੇ ਸਾਡੇ ਚੁਣੇ ਹੋਏ ਨੁਮਾਇੰਦੇ, ਪਰ ਕੁਲਤਾਰ ਸਿੰਘ ਸੰਧਵਾ ਦੇ ਕੋਲ ਇੱਕ ਮਤਲਬ ਜਿਹੜਾ ਹੈਗਾ ਰੁਤਬਾ ਹੈ, ਗੁਰਸਿੱਖ ਹੈ। ਔਰ ਆਪਾਂ ਤਾਂ ਦੇਖਿਆ ਵਾ ਵੀ ਇਹ ਉਸ ਵੇਲੇ ਵੀ ਬੇਅਦਬੀ ਦੇ ਮੁੱਦੇ ਦੇ ਉੱਤੇ ਜੇ ਆਪਾਂ ਦੇਖੀਏ ਤਾਂ ਮੂਹਰਲੀਆਂ ਸਫਾਂ ਦੇ ਹੋ ਕੇ ਵਿੱਚੋਂ ਕੇ ਲੜਦੇ ਰਹੇ। ਵੈਸੇ ਵੀ ਇਹ ਜੇ ਵਾਤਾਵਰਨ ਨੂੰ ਬਚਾਉਣ ਵਾਸਤੇ ਵੀ, ਕੈਂਸਰ ਦੀ ਬਿਮਾਰੀ ਦੇ ਖਿਲਾਫ ਵੀ ਜਿਹੜੀ ਉੱਥੇ ਕਮੇਟੀ ਬਣੀ ਹੈ ਉਹਦੇ ਵਿੱਚ ਹੀ ਹੈਗੀ। ਆਈਐਮ ਗਵਰਨਮੈਂਟ ਵੀ ਹੋ ਗਿਆ। ਚਲੋ ਉਹ ਵੱਖਰੀ ਗੱਲ ਹੈ, ਉਹਦਾ ਨੈਗੇਟਿਵ ਵੀ ਹੁੰਦਾ, ਪੋਜ਼ਿਟਿਵ ਵੀ ਹੁੰਦੀ ਹੈ। ਲੇਕਿਨ ਜਿਸ ਢੰਗ ਦੇ ਨਾਲ ਉਹਨਾਂ ਨੇ ਪਿਛਲਾ ਜਿਹੜਾ ਹੈਗਾ ਸੈਸ਼ਨ ਨੂੰ ਕੰਡਕਟ ਕੀਤਾ, ਉਹਦੇ ਵਿੱਚ ਉਹਨਾਂ ਨੇ ਇੱਕ ਚੰਗੀ ਪਲ ਖੱਟੀ ਵੀ ਹੈ। ਔਰ ਇੱਕ ਗੁਰਸਿੱਖ ਚਿਹਰਾ ਮੇਰੇ ਖਿਆਲ ਮੁਤਾਬਕ ਜਿਹੜਾ ਉਹ ਨਿਊਯਾਰਕ ਵਾਲੇ ਸੱਜਣ ਕਹਿੰਦੇ ਠੀਕ ਹੈ, ਅਮਰੀਕਾ ਵਾਲੇ ਵੀ ਉਹਨਾਂ ਨੂੰ ਬੁਲਾਉਣਾ ਚਾਹੀਦਾ, ਉਹ ਕਰਨਾ ਚਾਹੀਦਾ। ਪਰ ਇਮਤਿਹਾਨ ਹੈ ਬਹੁਤ ਵੱਡਾ। ਪੰਜਾਬੀਆਂ ਦਾ ਇਮਤਿਹਾਨ ਵੀ ਹੈ ਤੇ ਭਗਵੰਤ ਸਿੰਘ ਮਾਨ ਦਾ ਇਮਤਿਹਾਨ ਵੀ ਹੈ। ਹੁਣ ਭਗਵੰਤ ਸਿੰਘ ਮਾਨ ਨੂੰ ਇੱਕ ਫੈਸਲਾ ਲੈਣਾ ਪੈਣਾ ਕਿ ਕਰਨਾ ਪੈਣਾ ਕਿ ਦਿੱਲੀ ਦੇ ਨਾਲ, ਇਹ ਨਹੀਂ ਕਹਿੰਦੇ ਸੀ ਕਿ ਦਿੱਲੀ ਉਹਨਾਂ ਦੀ ਪਾਰਟੀ ਜ਼ਰੂਰ ਮੰਨਣ, ਪਰ ਇਹ ਨਹੀਂ। ਢਿੱਲੋਂ ਸਾਹਿਬ ਗੱਲ ਇਹ ਵੀ ਹੈ ਨਾ ਵੀ
ਹਰ ਚੀਜ਼ ਤੁਸੀਂ ਇਹ ਨਹੀਂ ਹੁੰਦੀ ਕਿ ਵੀ ਆਪਾਂ ਭਾਈਚਾਰਾ ਹੈ, ਸਾਰਾ ਕੁਝ ਹੈ, ਪਰਿਵਾਰ ਤਾਂ ਇੱਕ ਬੰਦੇ ਨੇ ਚਲਾਉਣਾ ਹੈ। ਹਾਂਜੀ ਹਾਂਜੀ ਗੱਲ ਸੁਣ ਲਓ, ਪਰ ਪਰਿਵਾਰ ਦੀ ਵਾਂਗਡੋਰ ਤਾਂ ਅਗਲੇ ਦੇ ਹੱਥ ਨਾ ਦਿਓ ਸਾਰੀ। ਬਿਲਕੁਲ। ਵੀ ਜੇ ਮੈਂ ਤੁਸੀਂ ਮੈਨੂੰ ਕਹਿ ਸਕਦੇ ਹੋ ਵੀ ਤੂੰ ਪਰਿਵਾਰ ਚਾਹ ਕਰ ਲਾ, ਤੇ ਪਰ ਪਰਿਵਾਰ ਦੀ ਕੁੰਜੀ ਮੁਖਤਿਆਰੀ ਤਾਂ ਨਹੀਂ ਨੇ। ਦੇਖੋ ਗੱਲ ਇਹ ਹੈ ਦਾਨੇ ਵਾਲੀਆ ਸਾਹਿਬ, 100 ਹੱਥ ਸਾਸਰੇ ਤੇ ਗੰਢ ਮੈਂ ਡਿਬੇਟ ਖਤਮ ਕਰਨ ਪਹਿਲਾਂ ਇੱਕੋ ਗੱਲ ਹੈ, ਕਿਤੇ ਇਹ ਨਾ ਹੋ ਜੇ ਆਲਾ ਮਾਏ ਸਾਂਭ ਕੁੰਜੀਆਂ ਤੇ ਧੀਆਂ ਕਰ ਚੱਲੀਆਂ ਸਰਦਾਰੀ, ਤੇ ਕਿਤੇ ਆ ਨਾ ਕੁੰਜੀਆਂ ਨਾ ਸਮਾ ਕੇ ਕੁੰਜੀਆਂ ਨਾ ਸਮਾਉਣੀਆਂ। ਸਰਦਾਰਾ ਇੰਨਾ ਕਿ ਖਿਆਲ ਰੱਖ ਲਈ, ਭਗਤ ਸਿੰਘ ਵਾਲੀ ਪੱਗ ਬੰਨੀ ਵੀ ਹੈ। ਪੱਗ ਬੰਨੀ ਵੀ ਹੈ। ਚਾਬੀਆਂ ਨਾ ਫੜਾਓ। ਚਾਬੀਆਂ ਨਾ ਫੜਾ ਦੀ। ਚਾਬੀਆਂ ਉਹਦੇ ਕੋਲ। ਚਾਬੀਆਂ ਤੈਨੂੰ ਪੰਜਾਬ ਨੇ ਫੜਾਈਆਂ। ਚਾਬੀਆਂ ਪੰਜਾਬ ਨੇ ਫੜਾਈਆਂ। ਚਾਬੀਆਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹਾਂ, ਸੁਖਬੀਰ ਸਿੰਘ ਬਾਦਲ ਨੂੰ ਸਾਰੇ ਇਖਤਿਆਰਾਤ ਦਿੱਤੇ ਸੀ, ਪਰ ਚਾਬੀ ਨਹੀਂ ਸੀ ਚਾਬੀ ਫੜਾਈ। ਨਹੀਂ ਫੜਾਈ ਸੀ, ਉਹ ਮੋਹਰ ਨਹੀਂ ਉਹ ਫੜਾਈ ਸੀ। ਜਿਵੇਂ ਪੁਰਾਣੀਆਂ ਬੁੜੀਆਂ ਉਹ ਆਪਦੇ ਨਾਲੇ ਨਾਲ ਨਹੀਂ ਬੰਨ ਕੇ ਰੱਖਦੀ ਹੁੰਦੀਆਂ ਸੀ। ਉਹ ਬਿਲਕੁਲ। ਆਪਣੇ ਕੀ ਕਹਿੰਦੇ ਘਿਓ ਵਾਲੀ ਤੇ ਉਹ ਖੰਡ ਵਾਲੀ ਤੇ ਉਹ ਬਾਰੀ ਹੁੰਦੀ ਸੀ ਜਿਹੜੀ ਉਹਦੀ ਸੰਦੂਖੜੀ ਦੀਆਂ, ਉਹ ਨਹੀਂ ਸੀ ਦਿੰਦੀ ਹੁੰਦੀ ਆਪਦੀ ਨਹੁੰ ਨੂੰ। ਬਾਕੀ ਕਹਿੰਦੀ ਜੋ ਮਰਜ਼ੀ ਕਰ ਲੈ, ਕੱਢ ਕੇ ਦੇ ਦਿੰਦੀ ਹੈ ਘਿਓ ਜਿੰਨਾ ਚਾਹੀਦਾ। ਪਲੀ ਦੀਆਂ 2 ਪਲੀਆਂ ਪਾਲਾ, ਚਾਬੀ ਨਹੀਂ। ਚਾਬੀ ਨਹੀਂ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਭ, ਬਹੁਤ ਬਹੁਤ ਮਿਹਰਬਾਨੀ। ਸੋ ਪ੍ਰੋਗਰਾਮ ਪੰਜਾਬ ਟੁਡੇ ਦੇ ਇਸੇ ਤਰ੍ਹਾਂ ਜਾਰੀ ਰਹਿਣਗੇ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਨਾਲ।